सी तेरी मेहर नाल तरना मेरां दे साइयां मेहर करी मेरां दे साइयां मेहर करी तेरी मेहर नाल तरना मेहरां दे साइयां मेहर करी मेहरां दे साइयां मेहर करी मेहरबान साहिब मेरा मेहरबान जी सगल को दे दान सो आओ सद संगत महापुरख सतगुरां दी पावन पवित्र हजूरी विच पहुंच चुके हैं। उन्हां कोलों गुरबाणी गुरमत दीयां विचारां सरवण करके अपने जीवन नूं सफला बनाइए। धारना विच तिन्ने हिस्सिਆਂ ਵਿੱਚ गज वज के बोलिया करो ताकि रसना पवित्र हो जावे। नाम कहत गोबिंद का सूची पही रसना बुलाओ फतेह वाहिगुरु जी का खालसा वाहिगुरु जी की फतेह।
ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਇਆ ਮਇਆ ਕਰ ਪ੍ਰਾਣ ਪਤ ਮੋਰੇ, ਮੋਹਿ ਅਨਾਥ ਸ਼ਰਨ ਪ੍ਰਭ ਤੋਰੀ। हे गोबिंद हे गोपाल हे दयाल लाल, प्राणनाथ अनाथ सखी। दीन दर्द निवार हे समर्थ अगम पूरन, मोहे माया तार। ग्रह अंधकूप महाभयान, नानक पार उतार। दया मया कर प्राणपत मोरे, मोहे नाथ शरण प्रभ तोरी। अंधकूप में हाथ देह राखो, काश स्याण पोकत न मोरी। तारो तारन हारे जी, तारो तारन हारे जी, तारो तारन। तारो तारन हारे जी, तारो तारन हारे जी। तारन हारे, तारो तारन हारे। तारो तारन हारे, तारो तारन हारे जी। पव जल विच गोते खांदियां नूं, पव जल विच गोते खांदियां नूं। ठाकर तुम शरनाई आया, उतर गयो मेरे
मन का संसार। जब ते दर्शन पाया अनबोलत मेरी बिरथा जानी। अपना नाम जपाया दुख नाठे सुख सहज समाए। दुख नाठे सुख सहज समाए। आनंद आनंद गुण गाया बाह पकड़ कड लीने अपने गृह अंधकूप ते माया। कौ नानक गुर बंधन काटे बिशरत्यान मिलाया। बिशरत्यान मिलाया। बाहां पकड़ कड लीने अपने गृह अंधकूप ते माया। कौ नानक गुर बंधन काटे बिशरत्यान मिलाया। वाहिगुरु नाम जपावो अपना। वाहिगुरु नाम जपावो अपना। वाहिगुरु नाम जपावो अपना। वाहिगुरु नाम जपावो अपना। वाहिगुरु नाम जपाओ अपना। वाहिगुरु नाम जपाओ अपना। कट के बंधन
ਸਵਾਰੇ, ਦਾਤਾ ਕੱਟ ਕੇ ਬੰਧਨ ਸਾਰੇ। ਨਾਮ ਜਪਾਓ ਆਪਣਾ ਵਾਹਿਗੁਰੂ, ਨਾਮ ਜਪਾਓ ਆਪਣਾ। ਸਾਡੇ ਕੱਟ ਕੇ ਬੰਧਨ ਸਾਰੇ, ਸਾਡੇ ਸਾਡੇ ਕੱਟ ਕੇ ਬੰਧਨ ਸਾਰੇ ਜੀ, ਸਾਡੇ ਕੱਟ ਦਿਓ ਬੰਧਨ ਸਾਰੇ। ਤੇ ਨਾਮ ਜਪਾਵੋ ਆਪਣਾ ਮੇਰੇ ਪਿਆਰੇ, ਨਾਮ ਜਪਾਵੋ ਆਪਣਾ। ਸਾਡੇ ਕੱਟ ਦਿਓ ਬੰਧਨ ਸਾਰੇ, ਸਾਡੇ ਨਾਮ ਜਪਾਵੋ ਆਪਣਾ। ਕੱਟ ਦਿਓ ਜੀ, ਸਾਡੇ ਕੱਟ ਦਿਓ ਬੰਧਨ ਸਾਰੇ। ਸਰਬੱਤ ਸਾਧ ਸੰਗਤ ਜੋ ਦੂਰੋਂ ਨੇੜੇ ਤੋਂ ਚੱਲ ਕੇ ਅੱਜ ਤੀਸਰੇ ਦਿਨ ਦੇ ਚੱਲੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਦੂਰੋਂ ਨੇੜੇ ਤੋਂ ਚੱਲ ਕੇ ਗੁਰਮਤਿ ਸਮਾਗਮਾਂ ਦੇ ਲਾਹੇ ਲੈਣ ਵਾਸਤੇ, ਕਥਾ ਕੀਰਤਨ ਗੁਰਬਾਣੀ ਗੁਰਮਤਿ ਵਿਚਾਰਾਂ ਦੇ ਲਾਹੇ ਲੈਣ ਵਾਸਤੇ ਆਪ ਜੀ ਨੇ ਪਹੁੰਚਣਾ ਕੀਤਾ ਹੈ ਗੁਰੂ ਦਰਬਾਰ ਵਿੱਚ। ਜੁਗੋ ਜੁਗ ਅਟਲ ਸਤਿਗੁਰੂ ਤਖਤ ਚੁਰੀ ਵਿੱਚ ਬੜਾ ਵਡਭਾਗਾ ਸਮਾਂ ਜੋ ਇਹ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। 3 ਦਿਨਾਂ ਦੇ ਸਮਾਗਮ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਕਈ ਨਗਰਾਂ ਨੇ ਰਲ ਮਿਲ ਕੇ, ਜੋ ਹਰ ਇੱਕ ਨਗਰ ਦੇ ਵਿੱਚੋਂ 2-2 4-4 ਸਿੰਘ ਇਕੱਠੇ ਹੋ ਕੇ ਸੇਵਾ ਸਮਿਤੀ ਬਣਾਈ ਹੈ। ਸੋ ਸਾਧ ਸੰਗਤ ਸਾਰਿਆਂ ਨੇ ਉਪਰਾਲਾ ਕਰਕੇ ਰਲ ਮਿਲ ਕੇ 3 ਦਿਨਾਂ ਗੁਰਮਤਿ ਸਮਾਗਮ ਦਾ ਸਮਾਂ ਰੱਖਿਆ ਹੈ। ਅੱਜ ਦਿਨੇ ਅੰਮ੍ਰਿਤ ਸੰਚਾਰ ਵੀ ਹੋਇਆ, ਜਿਹਦੇ ਵਿੱਚ ਬੇਅੰਤ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ। ਗੁਰੂ ਚਰਨਾਂ ਦੇ ਨਾਲ ਜੁੜੇ ਹੈ। ਉਹਨਾਂ ਸੰਗਤਾਂ ਨੂੰ ਸਮੁੱਚੀਆਂ ਸੰਗਤਾਂ ਦੇ ਵੱਲੋਂ, ਜਥੇ ਵੱਲੋਂ, ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ। ਪਰ ਅਜੇ ਇਸ ਘਰ ਦੇ ਵਿੱਚ ਦਾਖਲਾ ਲਿਆ, ਪੜ੍ਹਾਈ ਇਦੋਂ ਬਾਅਦ ਸ਼ੁਰੂ ਹੋਣੀ ਹੈ। 5 ਪਿਆਰੇ ਸਹਿਬਾਨ ਨੇ ਬੜੇ ਵਿਸਥਾਰ ਦੇ ਨਾਲ ਰਹਿਤਾਂ ਕੁਰੈਤਾਂ ਦੇ ਬਾਰੇ ਦੱਸਿਆ, ਕੀ ਕਰਨਾ ਹੈ, ਕੀ ਨਹੀਂ ਕਰਨਾ, ਕੀ ਅਪਣਾਉਣਾ ਹੈ, ਕੀ ਛੱਡਣਾ ਹੈ। ਇਹਦੇ ਬਾਰੇ ਆਪ ਜੀ ਨੇ ਵਿਸਥਾਰ ਦੇ ਨਾਲ ਸੁਣਿਆ। ਲੋੜ ਹੈ ਉਹਦੇ ਤੇ ਪਹਿਰਾ ਦੇਣ ਦੀ। ਦਾਖਲ ਹੋ ਕੇ ਸਾਧ ਸੰਗਤ ਜਿਹੜੇ ਚੰਗੀ ਘਾਲਣਾ ਘਾਲਦੇ ਹੈ, ਚੰਗੀ ਤਰ੍ਹਾਂ ਸਾਧ ਸੰਗਤ ਆਪਣਾ ਪੂਰਾ ਸਮਾਂ
ਪੜ੍ਹਾਈ ਦੇ ਵੱਲ ਆਉਂਦੇ ਹੈ, ਉਹ ਦੁਨਿਆਵੀ ਵਿੱਦਿਆ ਦੇ ਵਿੱਚੋਂ ਚੰਗੇ ਸਰਟੀਫਿਕੇਟ ਡਿਪਲੋਮੇ ਹਾਸਲ ਕਰਦੇ। ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਦਾਖਲ ਹੋ ਕੇ ਜਿਹੜੇ ਸੇਵਾ ਸਿਮਰਨ ਗੁਰੂ ਹੁਕਮ ਦੇ ਵਿੱਚ ਰਹਿ ਕੇ ਕਰਦੇ ਹੈ, ਘਾਲਣਾ ਘਾਲਦੇ ਹੈ, ਸਿੱਖੀ ਕਮਾਉਂਦੇ ਹੈ, ਉਹਨਾਂ ਨੂੰ ਸਾਧ ਸੰਗਤ ਗੁਰੂ ਘਰ ਦੇ ਵਿੱਚੋਂ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੁੰਦੀਆਂ, ਰਹਿਮਤਾਂ ਮਿਲਦੀਆਂ ਨੇ। ਪੁਰਾਤਨ ਇਤਿਹਾਸ ਪੜ੍ਹ ਕੇ ਵੇਖ ਲਈਏ, ਵਰਤਮਾਨ ਸਮੇਂ ਦੇ ਵੱਲ ਨਿਗਾਹ ਮਾਰ ਕੇ ਵੇਖ ਲਈਏ, ਜਿਨ੍ਹਾਂ ਨੇ ਕੁਝ ਪਾਇਆ ਸੇਵਾ ਸਿਮਰਨ ਸਤਸੰਗ ਦੇ ਵਿੱਚੋਂ ਪਾਇਆ, ਗੁਰੂ ਦੇ ਹੁਕਮ ਦੇ ਵਿੱਚੋਂ ਪਾਇਆ। ਜਿਨ੍ਹਾਂ ਨੇ ਗਵਾਇਆ, ਉਹਨਾਂ ਨੇ ਸਾਧ ਸੰਗਤ ਉਦੋਂ ਗਵਾਇਆ ਜਦੋਂ ਸੇਵਾ ਛੱਡ ਦਿੱਤੀ, ਸਿਮਰਨ ਛੱਡ ਦਿੱਤਾ, ਸਤਸੰਗ ਛੱਡ ਦਿੱਤੀ, ਗੁਰੂ ਦਾ ਹੁਕਮ ਵਿਸਾਰ ਦਿੱਤਾ। ਉਦੋਂ ਉਹਨਾਂ ਨੇ ਸਾਧ ਸੰਗਤ ਸਾਰਾ ਕੁਝ ਗਵਾ ਲਿਆ। ਗੁਰਮੁਖ ਲਾਹਾ ਲੈ ਚੱਲੇ, ਮਨਮੁਖ ਚੱਲੇ ਮੂਲ ਗਵਾਏ ਜੀ। ਲਾਹਾ ਤਾਂ ਕੀ ਖੱਟਣਾ ਸੀ, ਵਿਆਜ ਤਾਂ ਕੀ ਮਿਲਣਾ ਸੀ। ਜਿਹੜਾ ਮੂਲ ਸਵਾਸਾਂ ਦੀ ਪੂੰਜੀ ਲੈ ਕੇ ਆਏ ਸੀ, ਉਹ ਵੀ ਸਾਧ ਸੰਗਤ ਸਾਰੀ ਗਵਾ ਦਿੱਤੀ। ਸੋ ਸਤਿਗੁਰੂ ਰਹਿਮਤ ਕਰਨ। ਜਿਵੇਂ ਕੱਲ ਸਮਾਪਤੀ ਦੇ ਵੇਲੇ ਅਸੀਂ ਆਪ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸੀ, ਸੰਸਾਰ ਬੜਾ ਭਰਿਆ ਮੇਲਾ ਹੈ। ਮੇਲੇ ਦੇ ਵਿੱਚ ਬੱਚੇ ਜਾਂਦੇ ਹੈ, ਜਿਹੜਾ ਬੱਚਾ ਸਾਧ ਸੰਗਤ ਪਿਓ ਦੀ ਉਂਗਲੀ ਫੜ ਕੇ ਤੁਰਿਆ ਜਾਂਦਾ ਹੈ, ਉਹ ਸਹਿਜੇ ਹੀ ਸਾਧ ਸੰਗਤ ਨਾਲੇ ਸਾਰਾ ਮੇਲਾ ਦੇਖ ਲੈਂਦਾ ਹੈ, ਰੌਣਕਾਂ ਦੇਖ ਲੈਂਦਾ ਹੈ, ਮਠਿਆਈਆਂ ਛਕ ਲੈਂਦਾ ਹੈ, ਤੇ ਸੁੱਖ ਸਲਾਮਤੀ ਦੇ ਨਾਲ ਆਪਣੇ ਘਰ ਅੱਪੜ ਜਾਂਦਾ ਹੈ। ਜਿਹੜਾ ਬੱਚਾ ਆਪਣੇ ਪਿਓ ਦੀ ਉਂਗਲ ਛੱਡ ਦਿੰਦਾ, ਉਹ ਗਵਾਚ ਜਾਂਦਾ ਹੈ ਭੀੜ ਦੇ ਵਿੱਚ। ਇਸੇ ਤਰ੍ਹਾਂ ਇਹ ਸੰਸਾਰ ਬੜਾ ਭਰਿਆ ਹੋਇਆ ਮੇਲਾ ਹੈ। ਕੌਤਕ ਕੌੜ ਤਮਾਸ਼ਿਆਂ ਤੇਰਾ ਚਿੱਤ ਨਾ ਆਵਤ ਨਾਉ। ਭਰਿਆ ਮੇਲਾ ਸੰਸਾਰ, ਬੜੇ ਰੰਗ ਤਮਾਸ਼ੇ ਜਗਤ ਦੇ ਵਿੱਚ। ਜਿਹੜੇ ਤਾਂ ਸਾਧ ਸੰਗਤ ਆਪਣੇ ਪਿਤਾ ਸਤਿਗੁਰੂ ਦੀ ਉਂਗਲ ਫੜ ਕੇ ਤੁਰੇ ਜਾਂਦੇ ਐ, ਉਹ ਸਾਰਾ ਕੁਝ ਵੇਖ ਲੈਂਦੇ ਐ। ਸੰਸਾਰ ਦੀਆਂ ਰੌਣਕਾਂ, ਸੰਸਾਰ ਦੇ ਰੰਗ, ਸੰਸਾਰ ਦਾ ਰੂਪ, ਤੇ ਸਾਧ ਸੰਗਤ ਨਾਲੇ ਆਪਣੇ ਘਰ ਤੱਕ ਅੱਪੜ ਜਾਂਦੇ ਐ ਗੁਰੂ ਦੀ ਉਂਗਲ ਫੜਿਆ। ਜਿਨ੍ਹਾਂ ਨੇ ਸਾਧ ਸੰਗਤ ਸਤਿਗੁਰੂ ਦੀ ਉਂਗਲ ਛੱਡ ਦਿੱਤੀ, ਉਹ ਇਹ ਸੰਸਾਰ ਦੇ ਮੇਲੇ ਵਿੱਚ ਹੀ ਗਵਾਚ ਜਾਂਦੇ ਆ। ਉਹਨਾਂ ਨੂੰ ਘਰ, ਉਹਨਾਂ ਨੂੰ ਆਪਣਾ ਘਰ ਸਾਧ ਸੰਗਤ ਭੁੱਲ ਜਾਂਦਾ ਹੈ। ਉਹ ਮੁੜ ਮੁੜ ਇਸੇ ਮੇਲੇ ਦੇ ਵਿੱਚ ਹੀ ਆਉਂਦੇ ਹੈ, ਜਾਂਦੇ ਹੈ, ਫਿਰ ਆਉਂਦੇ ਹੈ, ਫਿਰ ਜਾਂਦੇ ਹੈ। ਉਹ ਗਵਾਚ ਜਾਂਦੇ ਹੈ, ਗੁੰਮ ਹੋ ਜਾਂਦੇ ਹੈ। ਕਾਰਨ ਕਿ ਉਹਨਾਂ ਨੇ ਆਪਣੇ ਪਿਤਾ ਦੀ ਉਂਗਲੀ ਛੱਡ ਦਿੱਤੀ। ਸਾਨੂੰ ਸਾਧ ਸੰਗਤ ਨਹੀਂ ਪਤਾ ਸਾਡਾ ਘਰ ਕਿਹੜਾ ਹੈ, ਸਾਡਾ ਦਰ ਕਿਹੜਾ ਹੈ। ਸੋ ਘਰ ਕਿਹਾ, ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਸ ਘਰ ਦੀ, ਉਸ ਦਰ ਦੀ ਸਾਨੂੰ ਸਾਧ ਸੰਗਤ ਸੋਝੀ ਭੁੱਲ ਜਾਂਦੀ ਹੈ। ਉਹ ਕਿਹੜਾ ਦਰਵਾਜ਼ਾ ਹੈ, ਉਹ ਕਿਹੜਾ ਘਰ ਹੈ ਜਿੱਥੇ ਅਸੀਂ ਪਹੁੰਚਣਾ ਹੈ, ਤੇ ਜਿੱਥੇ ਬਹਿ ਕੇ ਵਾਹਿਗੁਰੂ ਸਾਰਿਆਂ ਨੂੰ ਸੰਭਾਲ ਰਿਹਾ, ਪ੍ਰਿਤ ਪਾਲ ਰਿਹਾ ਹੈ। ਸਾਧ ਸੰਗਤ ਜਿਹੜੇ ਸਤਿਗੁਰੂ ਦੀ ਉਂਗਲ ਫੜੀ ਰੱਖਦੇ, ਸਤਿਗੁਰੂ ਦਾ ਪੱਲਾ ਫੜ ਲੈਂਦੇ, ਸਤਿਗੁਰੂ ਉਹਨਾਂ ਨੂੰ ਆਪਣੇ ਨਾਲ, ਲੱਕੜੀ ਵੇਖੀ ਹੈ, ਲੱਕੜ ਦੇ ਸੰਗ ਲੋਹਾ ਧਰ ਜਾਂਦਾ।
ਸਤਿਗੁਰੂ ਤਾਂ ਬੋਹਤ ਹੈ, ਗੁਰੂ ਤਾਂ ਜਹਾਜ਼ ਹੈ। ਤੇ ਸਾਧ ਸੰਗਤ ਜਹਾਜ਼ ਦੇ ਵਿੱਚ ਤਾਂ ਮਣਾ ਮੂੰਹੀ ਲੋਹਾ। ਅੱਜ ਬੰਦਰਗਾਹਾਂ ਤੇ ਜਾ ਕੇ ਵੇਖ ਲਓ, ਸਮੁੰਦਰਾਂ ਦੇ ਕੰਢਿਆਂ ਤੇ ਜਾ ਕੇ ਵੇਖੋ, ਮਣਾ ਮੂੰਹੀ ਹਜ਼ਾਰਾਂ ਟਨ ਲੋਹਾ ਸਾਧ ਸੰਗਤ ਸਮੁੰਦਰੀ ਜਹਾਜ਼ਾਂ ਦੇ ਵਿੱਚ ਆ ਰਿਹਾ ਹੈ। ਸਤਿਗੁਰੂ ਤਾਂ ਐਸੇ ਜਹਾਜ਼ ਹਨ, ਜਿਸ ਜਹਾਜ਼ੇ ਜੋ ਚੜ੍ਹ ਗਿਆ ਉਹ ਦੁਨਿਆਵੀ ਜਹਾਜ਼ਾਂ ਦੇ ਤੇ ਡੁੱਬਣ ਦਾ ਡਰ ਬਣਿਆ ਰਹਿੰਦਾ ਹੈ। ਇਹ ਜਹਾਜ਼ ਐਸਾ ਹੈ ਸਾਧ ਸੰਗਤ, ਜਿਹਨੂੰ ਕੋਈ ਝੱਖੜ, ਕੋਈ ਘੁੰਮਣ ਘੇਰੀ, ਕੋਈ ਤੂਫਾਨ ਨਹੀਂ ਡੋਬ ਸਕਦਾ। ਗੁਰੂ ਤਾਂ ਐਸਾ ਹੈ ਜਿਹੜਾ ਮੱਖਣ ਸ਼ਾਹ ਲਵਾਣੇ ਦੇ ਡੁੱਬਦੇ ਜਹਾਜ਼ਾਂ ਨੂੰ ਬੰਨੇ ਲਾਉਣ ਵਾਲਾ, ਡੁੱਬਦੇ ਬੇੜਿਆਂ ਨੂੰ ਬੰਨੇ ਲਾਉਣ ਵਾਲਾ ਹੈ। ਪਰ ਲੋੜ ਹੈ ਇਸ ਬੇੜੇ ਤੇ ਚੜ੍ਹਨ ਦੀ। ਭਾਈ ਦਾਨ ਸਿੰਘ ਜੀ ਨੇ ਇਸ ਬੇੜੇ ਤੇ ਕੀਤੀ ਹੈ ਸਵਾਰੀ, ਚੜ੍ਹਿਆ ਗੁਰੂ ਦੇ ਜਹਾਜ਼ੇ। ਨੇੜੇ ਹੀ ਨਗਰ ਹੈ ਨਾ। ਡੱਲਾ ਚੌਧਰੀ ਸਮੇਤ ਪਰਿਵਾਰ ਦੇ ਚੜ੍ਹਿਆ ਗੁਰੂ ਦੇ ਜਹਾਜ਼ੇ। ਕਿੰਨੇ ਗੁਰਸਿੱਖ ਮਾਲਵੇ ਦੇ ਵਿੱਚ ਦਮਦਮਾ ਸਾਹਿਬ 9 ਮਹੀਨੇ ਪਾਤਸ਼ਾਹ ਰਹੇ। ਤੇ ਇਤਿਹਾਸ ਕਹਿੰਦਾ 9 ਮਹੀਨਿਆਂ ਦੇ ਵਿੱਚ 80,000 ਦੇ ਕਰੀਬ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਲਈ। ਪਰਿਵਾਰਾਂ ਦੇ ਪਰਿਵਾਰ, ਨਗਰਾਂ ਦੇ ਨਗਰ ਗੁਰੂ ਦੇ ਜਹਾਜ਼ ਤੇ ਚੜ੍ਹੇ। ਉਹ ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ। ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ। ਸਭ ਪਰਿਵਾਰ ਚੜਾਇਓ ਬੇੜੇ, ਸਭ ਪਰਿਵਾਰ ਚੜਾਇਓ ਬੇੜੇ। ਸਭ ਪਰਿਵਾਰ ਚੜਾਇਓ ਬੇੜੇ, ਸਭ ਪਰਿਵਾਰ ਚੜਾਇਓ ਬੇੜੇ। ਦੀਨ ਦਿਆਲ ਭਰੋਸੇ ਤੇਰੇ, ਦੀਨ ਦਿਆਲ ਭਰੋਸੇ ਤੇਰੇ। ਸਤਿਗੁਰੂ ਤੇ ਭਰੋਸਾ ਰੱਖ ਕੇ ਸਾਧ ਸੰਗਤ ਗੁਰੂ ਜਹਾਜ਼ੇ ਚੜ੍ਹੀਏ ਤੇ ਉਹ ਨਿਰਸੰਸ ਪਾਰ ਲੰਘਦੇ। ਬੜਾ ਭਰਿਆ ਮੇਲਾ ਸੰਸਾਰ ਹੈ ਬਈ। ਜਿਹੜੇ ਗੁਰੂ ਦੀ ਉਂਗਲ ਫੜੀ ਰੱਖਦੇ, ਗੁਰੂ ਦਾ ਪੱਲਾ ਫੜੀ ਰੱਖਦੇ ਐ, ਉਹ ਆਪਣੇ ਘਰ ਤੱਕ ਪਹੁੰਚਦੇ ਐ। ਇਤਿਹਾਸ ਦੀ ਸਾਖੀ ਆਉਂਦੀ ਹੈ 6ਵੇਂ ਪਾਤਸ਼ਾਹ ਦੀ। ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ। ਚੰਦੂ ਦੇ ਰਾਹੀਂ। ਤੇ 6ਵੇਂ ਪਾਤਸ਼ਾਹ ਜਦੋਂ ਗੁਰਗੱਦੀ ਤੇ ਬੈਠੇ, ਸਤਿਗੁਰਾਂ ਦੀ ਮਰਿਆਦਾ ਸਾਧ ਸੰਗਤ ਵੇਖ ਕੇ, ਗੁਰੂ ਘਰ ਦੀ ਸੋਭਾ ਵੇਖ ਕੇ, ਗੁਰੂ ਘਰ ਦਾ ਸਤਿਕਾਰ ਵੇਖ ਕੇ, ਕਿਉਂਕਿ ਅੱਜ ਸਿਮਰਨੇ ਦੀ ਥਾਂ 2 ਤਲਵਾਰਾਂ ਸਤਿਗੁਰਾਂ ਨੇ ਪਹਿਨ ਲਈਆਂ ਨੇ, ਇੱਕ ਮੀਰੀ ਦੀ, ਇੱਕ ਪੀਰੀ ਦੀ।
ਅੱਜ ਸਿਰ ਤੇ ਦਸਤਾਰ ਸਜਾ ਕੇ ਤੇ ਸਾਧ ਸੰਗਤ ਦਸਤਾਰ ਦੇ ਅੱਗੇ ਕਲਗੀ ਸਜਾ ਲਈ ਏ। ਮੁਗਲਾਂ ਦੇ ਹੁਕਮ ਸਨ, ਘਰ ਦੇ ਅੱਗੇ ਕੋਈ ਉੱਚਾ ਥੜਾ ਨਹੀਂ ਬਣਾ ਸਕਦਾ, ਕੋਈ ਚੰਗਾ ਘੋੜਾ ਨਹੀਂ ਰੱਖ ਸਕਦਾ, ਚੰਗੇ ਘੋੜੇ ਤੇ ਸਵਾਰੀ ਨਹੀਂ ਕਰ ਸਕਦਾ, ਚੰਗਾ ਸ਼ਸਤਰ ਨਹੀਂ ਰੱਖ ਸਕਦਾ। ਪਰ ਪਾਤਸ਼ਾਹ ਨੇ ਸਾਰੀਆਂ ਹੀ ਗੱਲਾਂ ਸਾਧ ਸੰਗਤ ਉਲਟ ਕਰ ਦਿੱਤੀਆਂ। ਉਹ ਘਰ ਮੂਹਰੇ ਥੜਾ ਬਣਾਉਣ ਦੀ ਗੱਲ ਕਰਦੇ ਸੀ, ਮਹਾਰਾਜ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ 12 ਫੁੱਟ ਉੱਚਾ ਥੜਾ ਬਣਾ ਕੇ ਨਾਮ ਅਕਾਲ ਤਖਤ ਸਾਹਿਬ ਰੱਖ ਦਿੱਤਾ। ਇੱਕ ਪਾਸੇ ਧਰਮ ਹੈ, ਇੱਕ ਪਾਸੇ ਰਾਜ ਹੈ, ਇੱਕ ਪਾਸੇ ਹਰੀ ਦਾ ਮੰਦਰ ਹੈ, ਇੱਕ ਪਾਸੇ ਅਕਾਲ ਦਾ ਤਖਤ ਹੈ। ਤਖਤ ਵੀ ਅਕਾਲ ਦਾ ਤੇ ਮੰਦਰ ਵੀ ਹਰੀ ਦਾ। ਨਾ ਆਖਿਆ ਵੀ ਤਖਤ ਗੁਰੂ ਦਾ, ਨਾ ਆਖਿਆ ਵੀ ਮੰਦਰ ਗੁਰੂ ਦਾ। ਸਾਡੇ ਵਿੱਚੋਂ ਮੇਰੀ ਨਹੀਂ ਜਾਂਦੇ। ਖਾਲਸਾ ਸਾਜਿਆ, ਨਾ ਆਖਿਆ ਗੁਰੂ ਦਾ ਖਾਲਸਾ, ਨਾ ਆਖਿਆ ਨਾਨਕ ਸਾਹਿਬ ਦਾ ਖਾਲਸਾ, ਨਾ ਆਖਿਆ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ। ਕਹਿ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀਆਂ ਰਹੁ ਰੀਤਾਂ ਨੇ, ਸਿੱਖ ਪਰੰਪਰਾ ਨੇ, ਇਹਨਾਂ ਦੇ ਵਿੱਚ ਬੜਾ ਕੁਝ ਲੁਕਿਆ ਹੋਇਆ ਹੈ। ਲੋੜ ਹੈ ਥੋੜਾ ਜਿਹਾ ਗੌਰ ਨਾਲ, ਧਿਆਨ ਦੇ ਨਾਲ ਨਿਗਾਹ ਮਾਰ ਕੇ ਵੇਖੀਏ, ਇਹਨਾਂ ਦੇ ਵਿੱਚੋਂ ਹੀ ਬੜਾ ਕੁਝ ਲੱਭ ਜਾਂਦਾ। ਜੇ ਤਖਤ ਬਣਾਇਆ ਤੇ ਕਹਿ ਦਿੱਤਾ ਅਕਾਲ ਤਖਤ, ਜੇ ਮੰਦਰ ਬਣਾਇਆ ਤੇ ਕਹਿ ਦਿੱਤਾ ਹਰਮੰਦਰ ਸਾਹਿਬ। ਹਰਮੰਦਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਆਪ ਨਹੀਂ ਤਖਤ ਢਾਹ ਕੇ ਬੈਠੇ, ਸਗੋਂ ਜਿਹੜਾ ਗ੍ਰੰਥ ਗੁਰਬਾਣੀ ਦਾ ਰਚਿਆ ਸੀ, ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੁਰਗੱਦੀ ਦਿੱਤੀ, ਗੁਰੂ ਦੀ ਪਦਵੀ ਦਿੱਤੀ, ਦੁਨੀਆ ਦੇ ਵਿੱਚ ਸਭ ਤੋਂ ਸਤਿਕਾਰਯੋਗ ਗ੍ਰੰਥ ਦੀ ਪਦਵੀ ਮਿਲੀ, ਕਿਉਂਕਿ ਨਾਲ ਗੁਰੂ ਸ਼ਬਦ ਲੱਗ ਗਿਆ ਹੈ। ਕਿਉਂਕਿ ਵਿੱਚ ਸਾਧ ਸੰਗਤ ਸਰਬ ਸਾਂਝੀ ਗੁਰਬਾਣੀ, ਜਿਹਦੇ ਇੱਕ ਇੱਕ ਅੱਖਰ ਦੇ ਵਿੱਚ ਸਾਧ ਸੰਗਤ ਗਿਆਨ ਹੈ। ਹਰਿਮੰਦਰ ਸਾਹਿਬ ਦੇ ਵਿੱਚ ਮਹਾਰਾਜ ਆਪ ਨਹੀਂ ਬੈਠੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪ੍ਰਕਾਸ਼ ਕਰਕੇ ਤੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਥਾਪ ਦਿੱਤਾ। ਗ੍ਰੰਥੀ ਦੀ ਡਿਊਟੀ ਉਹ ਗੁਰਸਿੱਖ ਨੂੰ ਦਿੱਤੀ ਜਿਹੜਾ ਗੁਰੂ ਨਾਨਕ ਮਹਾਰਾਜ ਦੇ ਵੇਲੇ ਤੋਂ ਗੁਰੂ ਘਰ ਵਿੱਚ ਸੇਵਾ ਕਰਦਾ ਆ ਰਿਹਾ। ਏਡੀ ਵੱਡੀ ਡਿਊਟੀ ਹੈ, ਇਹ ਪਦਵੀ ਹੈ। ਪਰ ਅਫਸੋਸ ਨਾਲ ਅੱਜ ਆਪਾਂ ਬੜੀ ਸਸਤੀ ਸਮਝ ਲਈਏ। ਜਿਹਨੂੰ ਕੋਈ ਕੰਮ ਨਹੀਂ ਨਾ ਮਿਲਦਾ, ਕੋਈ ਕੰਮ ਨਾ ਮਿਲੇ ਤੇ ਕਹਿੰਦੇ ਨੇ ਜਾ ਕਿਤੇ ਜਾ ਕੇ ਬਾਣੀ ਸਿੱਖ ਲੈ ਤੇ ਗੁਰਦੁਆਰੇ ਜਾ ਕੇ ਗ੍ਰੰਥੀ ਲੱਗ ਜਾ, ਪਾਠੀ ਬਣ ਜਾ। ਇੱਕ ਪਾਠ ਦਾ 300 ਰੁਪਈਆ ਤਾਂ ਗਿਆ ਹੀ ਨਹੀਂ ਕਿਤੇ। ਗ੍ਰੰਥੀ ਸਾਹਿਬ ਦੀ ਬੜੀ ਉੱਚੀ ਪਦਵੀ ਹੈ। ਜੇ ਜ਼ਿੰਮੇਵਾਰੀ ਨਿਭਾਉਣ ਆਪਣੀ, ਹਰ ਪਿੰਡ ਗੁਰਦੁਆਰਾ ਸਾਹਿਬ ਹੈ, ਹਰ ਪਿੰਡ ਗ੍ਰੰਥੀ ਸਾਹਿਬ ਹੈ। ਪ੍ਰਚਾਰ ਤਾਂ ਭਾਈ ਇਹਨਾਂ ਨੇ ਸ਼ੁਰੂ ਕਰਨਾ ਹੈ, ਇੱਥੋਂ ਪਿੰਡਾਂ ਦੇ ਵਿੱਚੋਂ ਪ੍ਰਚਾਰ ਸ਼ੁਰੂ ਹੋ ਜਾਵੇ। ਹਰ ਮਹੀਨੇ 5-7 ਸਰੀਰ ਅੰਮ੍ਰਿਤ ਛਕਣ ਵਾਲੇ ਹਰ ਗ੍ਰੰਥੀ ਸਿੰਘ ਤਿਆਰ ਕਰੇ, ਤਖਤਾਂ ਤੋਂ ਜਾ ਕੇ ਅੰਮ੍ਰਿਤ ਛਕਾ ਕੇ ਲਿਆਵੇ। ਨਹੀਂ ਸਮਝਣਾ ਕਿ ਅੰਮ੍ਰਿਤ ਕਿਸੇ ਜਥੇ ਦਾ ਹੈ ਜੀ, ਇਹ ਅੰਮ੍ਰਿਤ ਦਮਦਮੀ ਟਕਸਾਲ ਦਾ ਹੈ, ਅਖੰਡ ਕੀਰਤਨੀ ਜਥੇ ਦਾ ਅੰਮ੍ਰਿਤ ਹੈ, ਫਲਾਣੇ ਸੰਤ ਦਾ ਹੈ। ਅਸੀਂ ਭੋਲੇ ਭਾਲੇ ਕਈ ਵਾਰ ਅੰਮ੍ਰਿਤ ਵੀ ਵੰਡ ਲੈਂਦੇ, ਇਹ ਫਲਾਣੇ ਸੰਤ ਤੋਂ ਛਕਿਆ ਉਹਦਾ ਅੰਮ੍ਰਿਤ ਹੈ। ਇਹ ਅੰਮ੍ਰਿਤ ਤਾਂ ਭਾਈ ਗੁਰਬਾਣੀ ਦਾ ਹੈ, ਇਹ ਅੰਮ੍ਰਿਤ ਤਾਂ ਅਕਾਲ ਪੁਰਖ ਦਾ ਹੈ, ਇਹ ਅੰਮ੍ਰਿਤ ਤਾਂ ਬਾਜਾਂ ਵਾਲੇ ਦਾ ਹੈ। ਜੇ ਸਮਝ ਕੇ ਛਕਾਂਗੇ ਨਾ, ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਦੀ ਦਾਤ ਪ੍ਰਾਪਤ ਕਰ ਰਹੇ ਹਾਂ। ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਦੀ ਦਾਤ, ਗੁਰੂ ਦੀ ਹਜ਼ੂਰੀ ਵਿੱਚ ਪ੍ਰਾਪਤ ਕਰ ਰਹੇ ਹਾਂ। ਅੰਮ੍ਰਿਤ ਗੁਰੂ ਦਾ ਤੇ ਫਿਰ ਅੰਮ੍ਰਿਤ ਦੀ ਕਲਾ ਪੂਰੀ ਵਰਤੇਗੀ। ਅਸੀਂ ਤਾਂ ਵੰਡ ਲਿਆ, ਸੰਗਤ ਵੰਡੀ ਗਈ ਸੰਤਾਂ ਦੇ ਨਾਂ ਤੇ। ਸੰਗਤ ਨੇ ਵੀ ਗੁਰੂ ਦੀ ਬਣਨਾ ਹੈ।
ਤੇ ਅੰਮ੍ਰਿਤ ਵੀ ਸਾਧ ਸੰਗਤ ਗੁਰੂ ਦਾ ਸਮਝ ਕੇ ਛਕਣਾ। ਵੰਡੇ ਗਏ ਅਸੀਂ, ਕਿਤੇ ਪਾਰਟੀਆਂ ਦੇ ਨਾਂ ਤੇ ਵੰਡੇ ਗਏ, ਕਿਤੇ ਧੜਿਆਂ ਦੇ ਨਾਂ ਤੇ ਵੰਡੇ ਗਏ, ਕਿਤੇ ਧਰਮ ਦੇ ਨਾਂ ਤੇ ਵੰਡੇ ਗਏ, ਕਿਤੇ ਜਾਤਾਂ ਪਾਤਾਂ ਦੇ ਨਾਂ ਤੇ ਵੰਡੇ ਗਏ। ਭਾਵੇਂ ਸਦੀ 21ਵੀਂ ਆ ਗਈ, ਜਗ੍ਹਾ ਜਗ੍ਹਾ ਸਕੂਲ ਕਾਲਜ ਖੁੱਲ ਗਏ, ਅਨਪੜ੍ਹਤਾ ਦੂਰ ਹੁੰਦੀ ਜਾ ਰਹੀ ਹੈ, ਪਰ ਕੱਲ ਵੀ ਸਾਡੇ ਨਾਲ ਬਜ਼ੁਰਗ ਵਿਚਾਰਾਂ ਸਾਂਝੀਆਂ ਕਰਦੇ। ਅਜੇ ਤੱਕ ਜਾਤਾਂ ਪਾਤਾਂ ਨਹੀਂ ਗਈਆਂ ਸਾਡੇ ਵਿੱਚੋਂ। ਅਜੇ ਤੱਕ ਕਹਿੰਦੇ ਆ ਤੂੰ ਅੱਡ ਘੜਾ ਰੱਖ, ਤੂੰ ਨੀਵੀਂ ਜਾਤ ਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੋ ਦੇ ਘਰ ਬੈਠੇ ਪ੍ਰਸ਼ਾਦੇ ਕੋਧਰੇ ਦੇ ਛਕ ਰਹੇ ਹੈ, ਤੇ ਭਾਈ ਲਾਲੋ ਨਾਲ ਬੜੇ ਪਿਆਰ ਦੇ ਬਚਨ ਕਰ ਰਹੇ ਆ, ਸੁਣ ਲਾਲੋ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਿੰਨਾ ਪਿਆਰ ਹੋਵੇਗਾ ਜਿਹਦਾ ਇੱਕ ਵਾਰ ਨਹੀਂ ਅਨੇਕਾਂ ਵਾਰੀ ਸਾਧ ਸੰਗਤ ਜ਼ਿਕਰ ਆਇਆ। ਲਾਲੋ ਸ਼ਬਦ ਅਨੇਕਾਂ ਵਾਰੀ ਗੁਰਬਾਣੀ ਵਿੱਚ, ਆ ਸਾਰਾ ਸ਼ਬਦ ਪਿੱਛੇ ਲਾਲੋ ਸ਼ਬਦ ਆ ਰਿਹਾ ਹੈ। ਹੋਰ ਕਿਸੇ ਗੁਰਸਿੱਖ ਦਾ ਨਾਮ ਨਹੀਂ ਲਿਆ ਪਾਤਸ਼ਾਹ ਨੇ। ਦਇਆ ਰਾਮ ਖੱਤਰੀ ਨੂੰ ਅੰਮ੍ਰਿਤ ਛਕਾ ਕੇ ਦਇਆ ਸਿੰਘ ਬਣਾ ਰਹੇ ਨੇ। ਧਰਮਦਾਸ ਜੱਟ ਹਿੰਮਤ ਰਾਏ ਝੌਰਾਂ ਦੇ ਵਿੱਚੋਂ ਮੋਹਕਮ ਚੰਦ ਨਾਈਆਂ, ਮੋਹਕਮ ਚੰਦ ਸ਼ਿੰਬਿਆਂ ਦੇ ਵਿੱਚੋਂ ਸਾਹਿਬ ਚੰਦ ਨਾਈਆਂ ਦੇ ਵਿੱਚੋਂ ਜਦੋਂ ਅੰਮ੍ਰਿਤ ਛਕਾ ਦਿੱਤਾ, ਪਰਖ ਦੇ ਵਿੱਚੋਂ ਇਮਤਿਹਾਨ ਦੇ ਵਿੱਚੋਂ ਪਾਸ ਹੋ ਗਏ, ਪਦਵੀ ਮਿਲੀ ਪਿਆਰਿਆਂ ਦੀ ਤੇ ਦਰਜਾ ਮਿਲਿਆ ਪੁੱਤਰਾਂ ਨਾਲੋਂ ਉੱਚਾ। ਜਦੋਂ ਆਨੰਦਪੁਰ ਸਾਹਿਬ ਦੇ ਵਿੱਚੋਂ ਸਤਿਗੁਰੂ ਨਿਕਲਦੇ ਹੈ, ਅੱਗੇ ਅੱਗੇ ਰਣਜੀਤ ਨਗਾਰਾ, ਖਾਲਸਾਈ ਨਿਸ਼ਾਨ, ਪਿੱਛੇ ਪੰਜ ਪਿਆਰੇ, ਉਦੋਂ ਪਿੱਛੇ ਸਤਿਗੁਰੂ ਮਹਾਰਾਜ ਤੇ ਉਦੋਂ ਪਿੱਛੇ ਗੁਰੂ ਕੇ ਚਾਰੇ ਸਾਹਿਬਜ਼ਾਦੇ। ਤਰਤੀਬ ਇਹ ਸੀ। ਅੱਜ ਵੀ ਅਰਦਾਸ ਦੇ ਵਿੱਚ ਦਸਾਂ ਪਾਤਸ਼ਾਹੀਆਂ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧਿਆਨ ਧਰਦੇ ਹਾਂ। ਉਦੋਂ ਬਾਅਦ ਕਿਹਨੂੰ ਯਾਦ ਕਰੀਦਾ? ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ। ਪੁੱਤਰਾਂ ਨੂੰ ਬਾਅਦ ਵਿੱਚ ਤੇ ਪਿਆਰਿਆਂ ਨੂੰ ਪਹਿਲਾਂ ਯਾਦ ਕੀਤਾ ਜਾਂਦਾ। ਸੋ ਅੰਮ੍ਰਿਤ ਗੁਰੂ ਦਾ ਸਮਝ ਕੇ ਛਕੀਏ, ਧਰਮ ਦੇ ਨਾਂ ਤੇ ਵੰਡੇ ਨਾ ਜਾਈਏ। ਜਾਤਾਂ ਪਾਤਾਂ ਦੇ ਨਾਂ ਤੇ ਵੰਡੀਆਂ ਨਾ ਪਾਈਏ। ਉਹ ਰੱਬ ਗੁਰੂ ਨਾ ਅਮੀਰੀ ਵੇਖਦਾ, ਨਾ ਮਾਇਆ ਵੇਖਦਾ, ਨਾ ਕੱਪੜੇ ਵੇਖਦਾ। ਉਹ ਪਤਾ ਕੀ ਵੇਖਦਾ? ਉਹ ਤਾਂ ਹਿਰਦੇ ਦਾ ਪਿਆਰ ਵੇਖਦਾ। ਉਹ ਤਾਂ ਹਿਰਦੇ ਦੀ ਪ੍ਰੀਤ ਵੇਖਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰ ਮਾਤਰ, ਸਿਮਰਨ ਤਾਹੇ ਬਾਰੰਗਾਰ ਗੁਰੂ ਹੇਤ ਹੈ। ਭਾਵਣੀ ਭਗਤ ਭਾਏ ਕੌਡੀ, ਅਗਰ ਭਾਗ ਰਾਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਆਗਾਦ ਬੋਧ, ਨਮੋ 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 ਨੇਤ 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 ਹੈ। ਸਤਿਗੁਰੂ ਤਾਂ ਕੇਵਲ ਪ੍ਰੀਤ ਰੀਤ ਵੇਖਦਾ ਹੈ। ਉਹ ਭਾਉ ਭਗਤ ਦਾ ਭੁੱਖਾ ਗੋਬਿੰਦ ਮੇਰਾ ਸਾਹਿਬ ਮੇਰਾ। ਭਾਉ ਭਗਤ ਦਾ ਭੁੱਖਾ ਗੋਬਿੰਦ ਮੇਰਾ ਸਾਹਿਬ ਮੇਰਾ।
ਸਾਹਿਬ ਮੇਰਾ। ਗੋਬਿੰਦ ਮੇਰਾ ਸਾਹਿਬ ਮੇਰਾ, ਗੋਬਿੰਦ ਮੇਰਾ ਸਾਹਿਬ ਮੇਰਾ। ਗੋਬਿੰਦ ਮੇਰਾ ਸਾਹਿਬ ਮੇਰਾ, ਗੋਬਿੰਦ ਮੇਰਾ ਸਾਹਿਬ ਮੇਰਾ। ਪਾਉ ਭਗਤ ਨੂੰ ਵੇਖੇ ਗੋਬਿੰਦ ਮੇਰਾ ਸਾਹਿਬ ਮੇਰਾ। ਪਾਉ ਭਗਤ ਨੂੰ ਵੇਂਦਾ ਗੋਬਿੰਦ ਮੇਰਾ ਸਾਹਿਬ ਮੇਰਾ। ਪਾਉ ਭਗਤ ਨੂੰ ਵੇਖੇ ਭਾਈ ਗੁਰਦਾਸ ਜੀ ਕਹਿੰਦੇ ਐ ਗੋਬਿੰਦ ਭਾਉ ਭਗਤ ਦਾ ਭੁੱਖਾ। ਸੋ ਸਾਧ ਸੰਗਤ ਜ਼ਿਆਦਾ ਵਿਸਥਾਰ ਨਾ ਦਈਏ ਵਿਚਾਰਾਂ ਨੂੰ। ਹਰਿਮੰਦਰ ਸਾਹਿਬ ਦੇ ਵਿੱਚ ਪਾਤਸ਼ਾਹ ਨੇ ਆਪਣਾ ਆਸਨੀ ਗੁਰਬਾਣੀ ਦਾ ਪ੍ਰਕਾਸ਼ ਕੀਤਾ ਤੇ ਗ੍ਰੰਥੀ ਸਿੰਘ ਜਿਹੜਾ ਥਾਪਿਆ ਸੀ, ਪਹਿਲੇ ਹੈਡ ਗ੍ਰੰਥੀ ਦਰਬਾਰ ਸਾਹਿਬ ਦੇ ਹਰਿਮੰਦਰ ਸਾਹਿਬ ਦੇ ਬਾਬਾ ਬੁੱਢਾ ਜੀ ਬਣੇ। ਤੇ ਅੱਜ ਡਿਊਟੀ ਬਣਦੀ ਹੈ ਗ੍ਰੰਥੀ ਸਿੰਘਾਂ ਦੀ, ਆਪਣੇ ਨਗਰਾਂ ਦੇ ਵਿੱਚੋਂ 1 ਮਹੀਨੇ ਵਿੱਚ 5-4 ਜਿੰਨੇ ਵੀ ਪ੍ਰਚਾਰ ਸਦਕਾ ਤਿਆਰ ਹੋਣ, ਅੰਮ੍ਰਿਤ ਛਕਣ ਵਾਲੇ ਤਿਆਰ ਕੀਤੇ ਜਾਣ, ਬਾਣੀ ਪੜ੍ਹਨ ਵਾਲੇ ਤਿਆਰ ਕੀਤੇ ਜਾਣ। ਪ੍ਰਚਾਰ ਤਾਂ ਗੁਰਦੁਆਰੇ ਪ੍ਰਚਾਰ ਦਾ ਕੇਂਦਰ ਨਹੀਂ। ਗੁਰੂ ਘਰ ਕਿਉਂ ਜਾਣਾ? ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਅਸੀਂ ਪ੍ਰਧਾਨਗੀਆਂ ਦੀਆਂ ਦੌੜਾਂ ਵਿੱਚ ਪੈ ਗਏ। ਜੇ ਅਗਲੀ ਵਾਰ ਨਹੀਂ ਪ੍ਰਧਾਨ ਬਣਾਇਆ, ਪਈ ਹੈ 2 ਵਿਗੇ ਜ਼ਮੀਨ, ਕੋਈ ਗੱਲ ਨਹੀਂ, ਨਿਸ਼ਾਨ ਸਾਹਿਬ ਇੱਥੇ ਲਾ ਲੈਨੇ ਆ, ਆਪਣਾ ਅੱਡ ਗੁਰਦੁਆਰਾ ਬਣਾ ਲੈਣਾ। ਗੱਲ ਇਕੱਤਰ ਹੋਣ ਦੀ, ਗੱਲ ਗੁਰੂ ਦਾ ਸਤਿਕਾਰ ਕਾਇਮ ਰੱਖਣ ਦੀ, ਪਾਤਸ਼ਾਹ ਦਾ ਸਤਿਕਾਰ। ਜਿਸ ਦਿਨ ਤੋਂ ਹਰਿਮੰਦਰ ਸਾਹਿਬ ਗੁਰਬਾਣੀ ਪ੍ਰਕਾਸ਼ ਹੋ ਗਈ, ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰ ਦਿੱਤਾ, ਉਸ ਦਿਨ ਤੋਂ ਬਾਅਦ ਗੁਰੂ ਅਰਜਨ ਦੇਵ ਮਹਾਰਾਜ ਪਲੰਘ ਤੇ ਨਹੀਂ ਪਏ, ਭੋਏ ਤੇ ਸਾਧ ਸੰਗਤ ਸੌਂਦੇ ਰਹੇ। ਅੱਜ ਵੀ ਕੋਠਾ ਸਾਹਿਬ ਜਿੱਥੇ ਸਤਿਗੁਰਾਂ ਦੇ ਸਰੂਪ ਬਿਰਾਜਮਾਨ ਕੀਤੇ ਜਾਂਦੇ ਆ, ਪਲੰਘ ਥੱਲੇ ਚਾਦਰ ਵਿਛਾਈ ਜਾਂਦੀ ਹੈ। ਉਸੇ ਰੀਤ ਨੂੰ ਬਰਕਰਾਰ ਰੱਖਿਆ ਹੈ। ਸੋ ਇਸ ਤਰ੍ਹਾਂ ਸਤਿਕਾਰ ਕਰਨਾ ਸਤਿਗੁਰਾਂ ਦਾ। ਸਤਿਗੁਰੂ ਆਪ ਦੱਸ ਗਏ ਸਾਨੂੰ, ਤੇ ਦੱਸ ਗਏ ਭਾਈ ਗ੍ਰੰਥੀ ਸਿੱਖ ਦੀ ਕੀ ਜ਼ਿੰਮੇਵਾਰੀ ਹੈ, ਕਿੱਡੀ ਵੱਡੀ ਇਹ ਪਦਵੀ ਹੈ। ਭਾਈ ਗੁਰਦਾਸ ਨੂੰ ਇਹ ਸੀ ਕਿ ਮੈਨੂੰ ਸਤਿਗੁਰੂ ਸਾਰੀ ਰਾਤ ਨਹੀਂ ਸੁੱਤੇ, ਸਵੇਰੇ ਗ੍ਰੰਥੀ ਦੀ ਡਿਊਟੀ ਕਿਹਨੂੰ ਦਈਏ। ਭਾਈ ਗੁਰਦਾਸ ਜੀ ਕੋਲ ਗਏ, ਸਾਖੀ ਬੜੀ ਲੰਮੀ ਹੈ। ਮਹਾਰਾਜ ਕੀ ਸੋਚ ਰਹੇ ਹੋ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸੋਚਦੇ ਹਾਂ, ਗ੍ਰੰਥ ਤਿਆਰ ਹੋ ਚੁੱਕੇ ਹੈ, ਸੰਗਤ ਤਿਆਰ ਹੈ, ਹਰਿਮੰਦਰ ਸਾਹਿਬ ਤਿਆਰ ਹੈ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਕਿਹਨੂੰ ਬਿਠਾ ਲਈਏ। ਭਾਈ ਗੁਰਦਾਸ ਨੂੰ ਆਪਣੇ ਤੇ ਕੁਝ ਮਾਣ ਸੀ ਕਿ ਮੈਂ ਵਿਦਵਾਨ ਹਾਂ, ਵਾਰਾਂ 39 ਲਿਖੀਆਂ ਨੇ, ਕਵਿਤ ਲਿਖੇ, ਸਵਈਏ ਲਿਖੇ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਖਣ ਦਾ ਵੀ ਮਾਣ ਮੈਨੂੰ ਮਿਲਿਆ। ਤੇ ਸਤਿਗੁਰਾਂ ਨੇ ਮੈਨੂੰ ਇਸ ਯੋਗ ਹੀ ਨਹੀਂ ਸਮਝਿਆ
ਕਿ ਮੈਂ ਗੁਰੂ ਕੀ ਤਾਬਿਆ ਬਹਿ ਸਕਾਂ। ਵੇਖੋ, ਤੇ ਡਿਊਟੀ ਬਾਬਾ ਬੁੱਢਾ ਜੀ ਦੀ ਲੱਗੀ, ਜੋ ਗੁਰੂ ਨਾਨਕ ਸਾਹਿਬ ਤੋਂ ਸਤਿਗੁਰਾਂ ਦੀ ਸੇਵਾ ਕਰਦਾ ਆ ਰਿਹਾ ਸੀ। ਬੜੀ ਵੱਡੀ ਪਿਆਰੀ ਉਹ ਜ਼ਿੰਮੇਵਾਰੀ ਇਹ। ਆਪਾਂ ਸਭ ਤੋਂ ਸਸਤੀ ਤੇ ਸੌਖੀ ਸਮਝੀ ਵੀ ਚਲੋ ਹੋਰ ਕੰਮ ਨਹੀਂ, ਇਹੀ ਕੰਮ ਲੱਗ ਜਾ ਤੂੰ। ਚਲੋ ਜੇ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਕਾਰਜ ਲਾਇਆ ਤਾਂ ਆਪਣਾ ਕਾਰਜ ਬੜੇ ਪਿਆਰ ਨਾਲ, ਸਤਿਗੁਰਾਂ ਦਾ ਸਤਿਕਾਰ, ਗੁਰਬਾਣੀ ਦਾ ਸਤਿਕਾਰ, ਨਾਲ ਦੀ ਨਾਲ ਸਿੱਖੀ ਦਾ ਪ੍ਰਚਾਰ, 5-7 ਸਿੱਖਾਂ ਨੂੰ ਤਿਆਰ ਕਰੀਏ ਅੰਮ੍ਰਿਤ ਛਕਣ ਵਾਸਤੇ, 5-7 ਦੇ ਪ੍ਰੇਰਨਾ ਦੇ ਕੇ ਨਸ਼ੇ ਛਡਾਈਏ, ਧੜੇਬੰਦੀ ਤੋਂ ਉੱਚੇ ਹੋ ਕੇ ਸਾਰਿਆਂ ਨੂੰ ਏਕਤਾ ਦੇ ਨਾਲ ਲੈ ਕੇ ਤੁਰੀਏ। ਤੇ ਸਾਧ ਸੰਗਤ ਹਰ ਇੱਕ ਪਿੰਡ ਦੇ ਵਿੱਚੋਂ ਪ੍ਰਚਾਰ ਦੀ ਲਹਿਰ ਆਰੰਭ ਹੋ ਸਕਦੀ ਹੈ। ਸਤਿਗੁਰੂ ਕਿਰਪਾ ਕਰਨ ਅਸੀਂ ਸਾਰੇ ਫਰਜ਼ਾਂ ਨੂੰ ਪਹਿਚਾਨੀਏ। ਸੋ ਗੁਰੂ ਘਰ ਦੀ ਸੋਭਾ ਵਡਿਆਈ, 2 ਤਲਵਾਰੀ ਬੱਧੀਆਂ, 2 ਮੀਰੀ ਦੀ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ, ਬਲਕ ਬਖੀਰ ਦੀ, ਨਾਲ ਸਿਪਾਹੀ ਨੀਲ, ਨਾਲ ਮਾਰੇ ਦੁਸ਼ਟਾਂ ਕਰੇ ਤਗੀਰ ਜੀ। ਪੱਗ ਤੇਰੀ ਕੀ ਜਹਾਂਗੀਰ ਦੀ। ਪੱਗ ਦੀ ਮਰਿਆਦਾ, ਪੱਗ ਬੰਨਣ ਦੀ ਮਰਿਆਦਾ ਵੀ 6ਵੇਂ ਪਾਤਸ਼ਾਹ ਨੇ ਆਪ ਸ਼ੁਰੂ ਕੀਤੀ। ਹਰ ਇੱਕ ਮਰਿਆਦਾ ਗੁਰੂ ਤੋਂ ਸ਼ੁਰੂ ਹੋਈ ਹੈ। ਸੇਵਾ ਕਰਨ ਦੀ, ਸਿਮਰਨ ਕਰਨ ਦੀ, ਹੁਕਮ ਮੰਨਣ ਦੀ, ਭਾਣਾ ਮੰਨਣ ਦੀ ਤੇ ਪੱਗ ਬੰਨਣ ਦੀ। ਇਹ ਨਹੀਂ ਵੀ ਸਿੱਖਾ ਤੂੰ ਪੱਗ ਬੰਨ ਕੇ ਦਿਖਾ। ਸਭ ਤੋਂ ਪਹਿਲਾਂ ਆਪਣੇ ਸੀਸ ਦੇ ਉੱਤੇ 6ਵੇਂ ਪਾਤਸ਼ਾਹ ਨੇ ਪੱਗ ਸਜਾਈ। ਸਾਰੇ ਹੁਕਮ ਰੱਦ ਕਰ ਦਿੱਤੇ ਜਹਾਂਗੀਰ ਦੇ। ਉਹ ਕਹਿੰਦਾ ਸੀ ਥੜਾ ਨਾ ਬਣਾਵੇ, 12 ਫੁੱਟ ਉੱਚਾ ਥੜਾ ਬਣਾ ਕੇ ਅਕਾਲ ਤਖਤ ਸਾਹਿਬ ਰਚ ਦਿੱਤਾ। ਉਹ ਕਹਿੰਦਾ ਕੋਈ ਚੰਗਾ ਸ਼ਾਸਤਰ ਨਾ ਪਹਿਨੇ। ਸਤਿਗੁਰਾਂ ਨੇ 2 ਤਲਵਾਰਾਂ ਪਹਿਨ ਲਈਆਂ, ਇੱਕ ਭਗਤੀ ਦਾ ਪ੍ਰਤੀਕ, ਇੱਕ ਸ਼ਕਤੀ ਦਾ, ਕਿਉਂਕਿ ਭਗਤੀ ਨੂੰ ਬਚਾਉਣ ਵਾਸਤੇ ਸ਼ਕਤੀ ਦੀ ਲੋੜ ਹੈ। ਵਾੜ ਬਣਾ ਦਿੱਤਾ ਸ਼ਕਤੀ ਨੂੰ, ਭਗਤੀ ਦੀ। ਤੇ ਭਗਤੀ ਵਾਲੀ ਕਿਰਪਾਨ ਸਾਧ ਸੰਗਤ ਲੰਮੀ ਹੈ। ਜਿੱਥੇ 2 ਨਿਸ਼ਾਨ ਸਾਹਿਬ ਖਲੋਤੇ ਹੋਣ ਤੇ ਜਿਹੜਾ ਭਗਤੀ ਦਾ ਪ੍ਰਤੀਕ ਨਿਸ਼ਾਨ ਸਾਹਿਬ ਪੀਰੀ ਦਾ ਪ੍ਰਤੀਕ ਹੈ, ਉੱਚਾ ਹੁੰਦਾ ਮੀਰੀ ਨਾਲੋਂ। ਧਰਮ ਉੱਚਾ ਹੈ ਸਿਆਸਤ ਨਾਲੋਂ, ਰਾਜਨੀਤੀ ਨਾਲੋਂ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ, ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ, ਨਾਲ ਮਾਰੇ ਦੁਸ਼ਟਾਂ ਕਰੇ ਤਗੀਰ ਜੀ। ਪੱਗ ਤੇਰੀ ਕੀ ਜਹਾਂਗੀਰ ਦੀ। ਭੱਟ ਰੱਖੇ ਜਾਂਦੇ ਰਾਜਿਆਂ ਦੇ ਦਰਬਾਰ ਵਿੱਚ, ਸੁਹੇਲੇ ਪੜ੍ਹਦੇ ਰਾਜਿਆਂ ਦੇ। ਮਹਾਰਾਜ ਨੇ ਢਾਡੀ ਰੱਖੇ, ਨੱਥਾ ਮੱਲ ਤੇ ਅਬਦੁੱਲਾ ਮੱਲ, ਉਹਨਾਂ ਦੀ ਵਾਰ ਹੈ ਇਹ। ਤੇ ਕਹਿ ਦਿੱਤਾ ਉਹਨਾਂ ਨੇ, ਮਹਾਰਾਜ ਪੱਗ ਤੁਹਾਡੀ, ਇਸ ਪੱਗ ਦੇ ਸਾਹਮਣੇ ਜਹਾਂਗੀਰ ਦੀ ਪੱਗ ਕੀ ਹੈ। ਸਤਿਗੁਰਾਂ ਨੇ ਸੀਸ ਤੇ ਦਸਤਾਰ ਸਜਾਈ, ਉੱਤੇ ਕਲਗੀ ਲਾਈ, ਸ਼ਾਸਤਰ 2 ਪਹਿਨ ਲਏ ਤੇ ਹੁਕਮ ਕਰ ਦਿੱਤਾ ਸੰਗਤ ਨੂੰ, ਸਾਧ ਸੰਗਤ ਜੀ ਜਿੱਥੇ ਅੱਗੇ ਕੀਮਤੀ ਭੇਟਾਵਾਂ ਲੈ ਕੇ ਆਉਂਦੇ, ਅੱਜ ਤੋਂ ਬਾਅਦ ਸਾਡੀ ਨਜ਼ਰ ਦੇ ਵਿੱਚ ਸੱਚੀ ਭੇਟਾ ਉਹ ਹੋਵੇਗੀ, ਚੰਗਾ ਸ਼ਾਸਤਰ ਲੈ ਕੇ ਆਓ, ਚੰਗੀ ਨਸਲ ਦਾ ਘੋੜਾ ਲੈ ਕੇ ਆਓ। ਜਿਹਦੇ ਘਰ ਵਿੱਚ 4 ਪੁੱਤਰ ਨੇ, 1 ਪੁੱਤਰ ਗੁਰੂ ਕੀ ਫੌਜ ਵਿੱਚ ਭਰਤੀ ਕਰਾਵੋ। ਤੋੜ ਦਿੱਤੀਆਂ ਗੁਲਾਮੀ ਦੀਆਂ ਜੰਜੀਰਾਂ। ਗੁਰੂ ਘਰ ਦੀ ਸੋਭਾ ਵੇਖੇ ਹੀ ਬਣਦੀ ਸੀ। ਉਸ ਸਮੇਂ ਕੁਝ ਸਿੱਖਾਂ ਦੇ ਮਨ ਵਿੱਚ ਸ਼ੰਕੇ ਵੀ ਆਏ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਨਾਲ ਨਿਵਰਤ ਕੀਤੇ, ਪਰ ਜਹਾਂਗੀਰ ਤੱਕ ਜਦੋਂ ਖਬਰਾਂ ਪਹੁੰਚੀਆਂ ਉਹ ਡਰ ਗਿਆ। ਝੂਠੇ ਨੂੰ ਡਰ ਰਹਿੰਦਾ ਹਮੇਸ਼ਾ। ਵਜ਼ੀਰ ਖਾਨ ਨੂੰ ਡਰ ਸੀ ਨਾ ਸੂਬੇ ਸਰਹੰਦ ਵਾਲੇ ਨੂੰ, ਕਿ ਮੈਂ ਗੁਰੂ ਕੇ ਬੱਚਿਆਂ ਨੂੰ ਸ਼ਹੀਦ ਕੀਤਾ। ਮੁਕਤਸਰ ਤੱਕ ਮਗਰ ਮਗਰ ਆਇਆ, ਇੱਥੋਂ ਮੂੰਹ ਦੀ ਖਾ ਕੇ ਮੁੜਿਆ। ਫਿਰ 2 ਪਠਾਨ ਮਗਰ ਲਾ ਦਿੱਤੇ। ਉਹ ਸੂਬੇ ਦੇ ਹੀ ਭੇਜੇ ਹੋਏ ਪਠਾਨ ਸਨ, ਜਿਨ੍ਹਾਂ ਨੇ ਹਜ਼ੂਰ ਸਾਹਿਬ
ਸਤਿਗੁਰਾਂ ਦੀ ਵੱਖੀ ਦੇ ਵਿੱਚ ਕਟਾਰ ਮਾਰੀ ਸੀ। ਉਹਨੂੰ ਡਰ ਸੀ ਕਿ ਜੇ ਸਤਿਗੁਰੂ ਵਾਪਸ ਮੁੜ ਆਏ ਮੈਨੂੰ ਨਹੀਂ ਛੱਡਦੇ, ਪਰ ਉਹ ਬਚਿਆ ਫੇਰ ਵੀ ਨਹੀਂ। ਗੁਰੂ ਦੇ ਲਾਡਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਧ ਸੰਗਤ ਕੀ ਹਾਲ ਕੀਤਾ ਸੀ ਤੁਸੀਂ ਸਾਰੇ ਹੀ ਜਾਣਦੇ ਹੋ। क्योंकि पापी के मारने को पाप महाबली है। जहांगीर नूं डर होया, गुरु घर दी शोभा वेख के उत्थे तां तख्त रचे है, चंगियां नस्लां दे घोड़े आ रहे है, गुरु की फौज भर्ती हो रही है, सिखां दे पुत्र गुरु की फौज विच भर्ती हो रहे ने, शास्त्र विद्या दा जंगी अभ्यास हो रहा है। सोहनी पग उत्ते कलगी झूल रही है, शोभ रही है। वार वार जावां तेरी कलगी तो लख वारी, किथों तू बनाई है काल दिया बेटिया, सजदी अनूप ते स्वरूप सोहणे मुखड़े ते। हर एक पक्ष तो गुरु दे दरबार दी शोभा, उत्थे भट्ट राजियां दे दरां ते राजियां दी उस्तत करते हैं। गुरु घर दे विच ढाडी वारां गा रहे, ओ तेरे दरबार दी सब तो है न्यारी शोभा, तेरे दरबार दी सब तो है न्यारी शोभा। दरबार दी सब तो है न्यारी शोभा, तेरे दरबार दी सब तो है न्यारी शोभा। सब तो है न्यारी शोभा, सब तो है प्यारी शोभा, सब तो है न्यारी आबा, सब तो है न्यारी शोभा। तेरे दरबार दी सब तो है न्यारी शोभा, तेरे दरबार दी सब तो है न्यारी आबा। वड्डा तेरा दरबार सच्चा तुद तख्त, सिर शाहां पातशाहो निश्चल चौर छत। जहांगीर डरिया, सतगुरां नूं साध संगत बुलावा भेजिया, ते साध संगत बुला के ना बहाने दे नाल गुरु हरगोबिंद साहिब महाराज छेवें पातशाह नूं साध संगत गवालीयर दे किले दे विच कैद कर दिता। गुरु नानक महाराज भी कदे बाबर दी कैद विच गए। तकिया मैं बाबर दे दरबार एक मस्ताना जोगी,
ਬਾਬੇ ਨੇ ਬਾਣੀ ਪੜ੍ਹੀ, ਚੱਕੀਆਂ ਨੇ ਘੂਕਰ ਫੜੀ, ਕੈਦੀ ਵੀ ਕਹਿੰਦੇ ਧਨ ਕਰਤਾਰ। ਇੱਕ ਮਸਤਾਨਾ ਜੋਗੀ ਤੱਕਿਆ ਮੈਂ ਬਾਬਰ ਦੇ ਦਰਬਾਰ। ਛੇਵੇਂ ਪਾਤਸ਼ਾਹ ਸਾਧ ਸੰਗਤ ਕਹਿੰਦੇ ਗੁਰੂ ਨੂੰ ਕੈਦ ਵਿੱਚ ਪਾ ਦਿੱਤਾ, ਪਰ ਬਾਣੀ ਤਾਂ ਕਹਿੰਦੀ ਗਈ ਬਹੋੜ, ਬੰਦੀ ਛੋੜ, ਨਿਰੰਕਾਰ ਦੁਖਦਾਰੀ। ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਤਾਰੀ। ਗੁਰੂ ਤਾਂ ਅਕਾਲ ਪੁਰਖ ਤਾਂ ਗਈ ਬਹੋੜ, ਅਰਥ ਜਿਹੜੀ ਲੰਘ ਚੁੱਕਿਆ ਸਮਾਂ ਉਹਨੂੰ ਮੋੜਨ ਵਾਲਾ ਹੈ। ਗਈ ਬਹੋੜ, ਲੰਘ ਚੁੱਕੀ ਉਮਰ, ਲੰਘ ਚੁੱਕਾ ਸਮਾਂ ਉਹਨੂੰ ਵਾਪਸ ਲਿਆ ਦਿੰਦਾ ਹੈ। ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁਖਦਾਰੀ। ਉਹ ਬੰਦੀਆਂ ਨੂੰ ਛਡਾਉਣ ਵਾਲਾ, ਦੁੱਖਾਂ ਦਾ ਨਾਸ ਕਰਨ ਵਾਲਾ ਹੈ। ਸਾਧ ਸੰਗਤ, ਗਵਾਲੀਅਰ ਦਾ ਕਿਲਾ ਉਹਦੇ ਬਾਰੇ ਮਸ਼ਹੂਰ ਸੀ। ਜਿਵੇਂ ਆਪਾਂ ਅੱਜ ਕੱਲ ਜਾਂ ਅੰਗਰੇਜ਼ਾਂ ਦੇ ਰਾਜ ਵੇਲੇ ਕਾਲੇ ਪਾਣੀ ਦੀ ਕਥਾ ਮਸ਼ਹੂਰ ਹੁੰਦੀ ਨਾ, ਵੀ ਜਿਹੜਾ ਕਾਲੇ ਪਾਣੀ ਗਿਆ ਮੁੜ ਕੇ ਨਹੀਂ ਆਇਆ। ਉਹ ਬਸ ਜਿਹੜਾ ਗਵਾਲੀਅਰ ਦੇ ਕਿਲੇ 'ਚ ਕੈਦ ਹੋ ਗਿਆ ਨਾ, ਸਮਝਿਆ ਜਾਂਦਾ ਸੀ ਉਹ ਨਹੀਂ ਬਾਹਰ ਆਇਆ, ਉਹ ਅੰਦਰ ਹੀ ਖਤਮ। ਉੱਥੋਂ ਦੇ ਜੇਲ੍ਹਦਾਰ ਜਿਹੜੇ ਸਨ ਇਹੋ ਜਿਹੇ, ਉਹ ਥੋੜਾ ਥੋੜਾ ਜ਼ਹਿਰ ਪੀ ਪੀ ਕੇ ਨਾ, ਜਿਹੜਾ ਕੈਦੀਆਂ ਨੂੰ ਦਿੱਤਾ ਜਾਂਦਾ ਪ੍ਰਸ਼ਾਦਾ, ਉਹਦੇ ਵਿੱਚ ਥੋੜਾ ਥੋੜਾ ਜ਼ਹਿਰ ਮਿਲਾ ਦਿੰਦੇ ਤੇ ਵਿੱਚ ਹੀ ਹੌਲੀ ਹੌਲੀ ਇਨਸਾਨ ਸਾਧ ਸੰਗਤ ਖਤਮ ਹੋ ਜਾਂਦਾ। ਪਰ ਹੁਣ ਜੇਲ੍ਹ ਵਿੱਚ ਜਾਣ ਵਾਲੇ ਕੋਈ ਆਮ ਮਨੁੱਖ ਨਹੀਂ, ਸਤਿਗੁਰੂ ਹੈ। ਤੇ ਸਤਿਗੁਰੂ ਤਾਂ ਜਿੱਥੇ ਚਲਿਆ ਜਾਵੇ, ਕੀ ਪਰਬਤ ਕੀ ਪਹਾੜ ਕੀ ਜੰਗਲ ਬੀਆਬਾਨ, ਸਾਧ ਸੰਗਤ ਜਿੱਥੇ ਸਤਿਗੁਰੂ ਬੈਠ ਜਾਣ ਉੱਥੇ ਹੀ ਭਾਗ ਲੱਗ ਜਾਂਦੇ ਆ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ। ਸਤ ਅਰਥ ਭਈ ਹਰਿਆਵਲੇ। ਆ ਮਾਲਵੇ 'ਚ 12 ਕੋ ਕਿਤੇ ਪਾਣੀ ਨਹੀਂ ਸੀ ਲੱਭਦਾ, ਤੇ ਪਾਤਸ਼ਾਹ ਨੇ ਜਿਹੜੇ ਡੱਲੇ ਨੂੰ ਬਚਨ ਕੀਤੇ, ਭਾਈ ਸੰਤੋਖ ਸਿੰਘ ਜੀ ਨੇ ਲਿਖੇ। ਜਦੋਂ ਲਿਖੇ ਨੇ ਭਾਈ ਸੰਤੋਖ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਪਹਿਲਾਂ, ਸਾਧ ਸੰਗਤ ਮਾਲਵੇ ਦੇ ਵਿੱਚ ਕੋਈ ਨਹਿਰ ਨਹੀਂ ਸੀ ਹੈ, ਨਾ ਉਦੋਂ ਬਾਗ ਸਨ, ਨਾ ਫਸਲਾਂ ਹੋਣ ਲੱਗੀਆਂ ਸਨ। ਕੈਂਥਲ ਦੀ ਧਰਤੀ ਤੇ ਬਹਿ ਕੇ ਭਾਈ ਸੰਤੋਖ ਸਿੰਘ ਜੀ ਸਾਧ ਸੰਗਤ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਲਿਖ ਰਹੇ ਹੈ। ਉਹਦੇ ਵਿੱਚ ਭਾਈ ਡੱਲੇ ਨੂੰ ਦਿੱਤੇ ਵਰ ਲਿਖ ਰਹੇ ਹੈ। ਯਾਦ ਰੱਖਿਓ, ਭਾਈ ਸੰਤੋਖ ਸਿੰਘ ਜੀ ਨੇ ਇਹ ਧਰਤੀ ਤੇ ਨਹਿਰਾਂ ਚੱਲਦੀਆਂ ਆਪਣੇ ਅੱਖੀਂ ਨਹੀਂ ਵੇਖੀਆਂ, ਪਰ ਉਹਨਾਂ ਨੇ ਲਿਖ ਦਿੱਤਾ ਕਿ ਡੱਲਿਆ ਮਾਲਵਾ ਮਾਲੋ ਮਾਲ ਹੋਵੇਗਾ, ਨਹਿਰਾਂ ਵਗਣਗੀਆਂ, ਅੰਬ ਅੰਗੂਰਾਂ ਦੇ ਬਾਗ ਹੋਣਗੇ, ਇੱਥੇ ਕਣਕਾਂ ਲਹਿਰਾਉਣਗੀਆਂ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਆਪਣੇ ਗ੍ਰੰਥ ਦੇ ਵਿੱਚ, ਪਰ ਉਹਨਾਂ ਨੇ ਅੱਖੀਂ ਨਹੀਂ ਵੇਖਿਆ, ਤੇ ਅੱਜ ਆਪਾਂ ਅੱਖੀਂ ਵੇਖ ਰਹੇ ਹਾਂ। ਜਦੋਂ ਲਿਖਿਆ ਗਿਆ ਸੀ ਉਦੋਂ ਇੱਥੇ ਕੋਈ ਨਹਿਰ ਨਹੀਂ ਸੀ ਵਗ ਰਹੀ, ਉਦੋਂ ਇੱਥੇ ਕੋਈ ਬਾਗ ਨਹੀਂ ਸਨ। ਅੱਜ ਆਪਾਂ ਵੇਖ ਰਹੇ ਹਾਂ, ਭਾਵ ਜੋ ਸਤਿਗੁਰਾਂ ਨੇ ਵਚਨ ਕਹੇ ਉਹ ਪੂਰੇ ਹੋਏ, ਜੋ ਕਹੇ ਨੇ ਉਹ ਪੂਰੇ ਹੋਣਗੇ। ਮਹਾ ਆਕਾਸ਼ਾਂ ਦੇ ਵਿੱਚ ਜਮਾ ਨੇ, ਸਮਾਂ ਆਉਣ ਤੇ ਹਰ ਇੱਕ ਬੀਜ ਦੇ ਫੁੱਟਣ ਦਾ ਕੋਈ ਸਮਾਂ ਹੁੰਦਾ, ਰੁੱਤ ਹੁੰਦੀ ਹੈ। ਸਤਿਗੁਰੂ ਦੇ ਤਾਂ ਇੱਥੋਂ ਤੱਕ ਵਚਨ ਨੇ, ਉਹ ਕਲਯੁਗ ਵਿੱਚ ਸਤਿਯੁਗ ਆਵੇਗਾ। ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਹਰ ਇੱਕ ਪ੍ਰਾਨੀ ਵਾਹਿਗੁਰੂ ਦਾ ਨਾਮ ਜਪੇਗਾ। ਜੇ ਕਿਹਾ ਤੇ ਸਮਾਂ ਭਾਈ ਜ਼ਰੂਰ ਆਵੇਗਾ। ਹੋ ਸਕਦਾ ਆਪਾਂ ਨਾ ਵੇਖੀਏ। ਭਾਈ ਸੰਤੋਖ ਸਿੰਘ ਜੀ ਨੇ ਲਿਖ ਦਿੱਤਾ, ਪਰ ਨਹਿਰਾਂ ਚੱਲਦੀਆਂ ਨਹੀਂ ਵੇਖੀਆਂ। ਲਿਖ ਦਿੱਤਾ, ਬਾਗ ਨਹੀਂ ਵੇਖੇ। ਲਿਖ ਦਿੱਤੇ ਗੁਰੂ ਦੇ ਵਚਨ, ਫਸਲਾਂ ਨਹੀਂ ਵੇਖੀਆਂ, ਆਪਾਂ ਵੇਖ ਰਹੇ ਹਾਂ। ਹੋ ਸਕਦਾ ਜਿਹੜੇ ਵਚਨ ਸਾਧ ਸੰਗਤ ਸਤਿਗੁਰਾਂ ਨੇ ਕੀਤੇ ਆਪਾਂ ਨਾ ਵੇਖ ਸਕੀਏ। ਸਾਡੀਆਂ ਪੁਸਤਾਂ ਵੇਖਣ, ਸਾਡੇ ਪੁੱਤ ਵੇਖਣ, ਸਾਡੇ ਪੋਤਰੇ ਪੜ ਪੋਤਰੇ ਵੇਖਣ। ਗੁਰੂ ਦੇ ਵਚਨ ਤਾਂ ਸਾਧ ਸੰਗਤ ਪੂਰੇ ਹੋ ਕੇ ਰਹਿਣਗੇ। ਗਿਰ ਬਸੁੱਧਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟ ਲਾਧਾ।
ਬਸੁੱਧਾ ਕਹਿੰਦੇ ਧਰਤੀ ਇਹ ਪਲਟ ਸਕਦੀ ਹੈ, ਗਿਰ ਸਕਦੀ ਹੈ। ਜਲ ਪਵਨ ਸਾਰੇ ਆਪਣੀ ਮਰਿਆਦਾ ਛੱਡ ਸਕਦੇ ਹੈ। ਚੰਦਰਮਾ ਰੋਸ਼ਨੀ ਦੇਣੀ, ਚਾਨਣੀ ਦੇਣੀ ਬੰਦ ਕਰ ਸਕਦਾ, ਸੂਰਜ ਚੜ੍ਹਨੋਂ ਹਟ ਸਕਦਾ ਹੈ, ਪਰ ਮਹਾਂਪੁਰਖਾਂ ਦਾ ਵਾਕ ਬਚਨ ਅਟਲ ਹੈ। ਮਹਾਂਪੁਰਖਾਂ ਦੀ ਧਰਤੀ ਹੈ ਨਗਰ ਬਾਬਾ ਭਾਨ ਸਿੰਘ ਜੀ। ਸਾਧ ਸੰਗਤ 2-3 ਸਾਲ 3 ਸਾਲ ਹੋ ਗਏ ਇੱਕ ਦੀਵਾਨ ਮਹਾਂਪੁਰਖਾਂ ਦੀ ਯਾਦ ਵਿੱਚ ਕਰਨ ਦਾ ਪਹਿਲਾਂ ਵੀ ਸਮਾਂ ਮਿਲਿਆ ਸੀ। ਸੋ ਮਹਾਂਪੁਰਖਾਂ ਦੇ ਵਚਨ ਸਾਧ ਸੰਗਤ ਜਦੋਂ ਪੂਰੇ, ਤਾਂ ਮਹਾਂਪੁਰਖਾਂ ਦੇ ਪਿਓ ਦੇ ਵਚਨ ਨੇ, ਭਾਵ ਸਤਿਗੁਰਾਂ ਦੇ ਵਚਨ ਨੇ। ਉਹ ਗੁਰੂ ਦਾ ਵਚਨ ਸਾਧ ਸੰਗਤ ਕਿਸ ਤਰ੍ਹਾਂ ਮਿਟ ਸਕਦਾ ਹੈ? ਸਾਨੂੰ ਯਕੀਨ ਨਹੀਂ ਵੱਜਦਾ। ਕੱਲ ਵੀ ਗੱਲ ਕਰਦੇ ਸੀ, ਇਹ ਬਾਣੀ ਭਾਈ ਉਹੀ ਹੈ ਜਿਹਨੇ ਸੱਜਣ ਨੂੰ ਤਾਰਿਆ, ਇਹ ਬਾਣੀ ਉਹੀ ਹੈ ਜਿਹਨੇ ਕੌਡੇ ਦੇ ਕੜਾਹਿਆਂ ਨੂੰ ਠਾਰਿਆ, ਇਹ ਬਾਣੀ ਉਹੀ ਹੈ ਜਿਹਨੇ ਵਲੀ ਕੰਧਾਰੀ ਦੇ ਮਾਣ ਤੋੜੇ, ਰੀਠੇ ਮਿੱਠੇ ਕੀਤੇ, ਪੱਥਰਾਂ ਵਿੱਚ ਪੰਜੇ ਲੱਗੇ। ਆਪਾਂ ਵੇਖ ਰਹੇ ਹਾਂ, ਪਰ ਸਾਧ ਸੰਗਤ ਗੱਲ ਸਾਰੀ ਗਿਆਨ ਤਾਂ ਮਿਲਦਾ ਜੇ ਮਨ ਵਿੱਚ ਵਿਸ਼ਵਾਸ ਹੋਵੇ। ਜਿਸ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਸੋ ਸਤਿਗੁਰੂ ਸਾਧ ਸੰਗਤ ਗਵਾਲੀਅਰ ਦੇ ਕਿਲੇ ਦੇ ਵਿੱਚ ਚਲੇ ਗਏ, ਤੇ ਜਿੱਥੇ ਸਤਿਗੁਰੂ ਜਾਣ ਤੇ ਉਹ ਤਾਂ ਧਰਤੀ ਭਾਈ ਸੋਭਨੀਕ ਹੋ ਗਈ, ਭਾਗਾਂ ਵਾਲੀ ਹੋ ਗਈ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਹੈ। ਬਈ ਉਹ ਧਰਤੀ ਭਾਗਾਂ ਵਾਲੀ ਏ, ਧਰਤੀ ਭਾਗਾਂ ਵਾਲੀ ਏ, ਉਹ ਧਰਤੀ ਭਾਗਾਂ ਵਾਲੀ ਏ। ਉਹ ਧਰਤੀ ਭਾਗਾਂ ਵਾਲੀ ਏ, ਉਹ ਧਰਤੀ ਭਾਗਾਂ ਵਾਲੀ ਏ, ਉਹ ਧਰਤੀ ਭਾਗਾਂ, ਉਹ ਧਰਤੀ ਭਾਗਾਂ, ਜਿੱਥੇ ਚਰਨ ਗੁਰਾਂ ਦੇ ਪੈ ਗਏ। ਉਹ ਧਰਤੀ ਭਾਗਾਂ, ਉਹ ਤਾਂ ਧਰਤੀ ਕਰਮਾਂ ਵਾਲੀ ਏ। ਉਹ ਧਰਤੀ ਭਾਗਾਂ, ਜਿੱਥੇ ਚਰਨ ਗੁਰਾਂ ਦੇ ਪੈ ਗਏ। ਜਿੱਥੇ ਚਰਨ ਗੁਰਾਂ ਦੇ ਪੈ ਗਏ। ਧਰਤੀ ਭਾਗਾਂ ਵਾਲੀ ਏ, ਧਰਤੀ ਭਾਗਾਂ ਵਾਲੀ ਏ। ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਉਹ ਹਿਰਦੇ ਵੀ ਖਿੜ ਗਏ, ਉਹ ਮਨ ਵੀ ਹਰੇ ਹੋ ਗਏ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਕੀ ਹੋ ਗਿਆ ਜੇ ਅੱਜ ਜੇਲ੍ਹ ਹੈ?
ਪਰ ਸਤਿਗੁਰਾਂ ਦੀ ਮਰਿਆਦਾ ਉੱਥੇ ਸ਼ੁਰੂ ਹੋ ਗਈ। ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਜਿਸ ਜੇਲ੍ਹ ਦੇ ਵਿੱਚੋਂ ਕਦੇ ਹਾਏ ਬੂ ਦੀਆਂ ਆਵਾਜ਼ਾਂ ਆਉਂਦੀਆਂ, ਜੋ ਸਤਨਾਮ ਵਾਹਿਗੁਰੂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਅੰਮ੍ਰਿਤ ਵੇਲੇ ਦੇ ਇਸ਼ਨਾਨ, ਸਹਿਜ ਸਮਾਧ, ਸਹਿਜ ਧਿਆਨ ਲੱਗਣੇ ਸ਼ੁਰੂ ਹੋ ਗਏ। ਬਾਣੀ ਦਾ ਜਾਪ, ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਜਿੰਨੇ ਕੈਦੀ ਆਮ ਕੈਦੀ ਨਹੀਂ ਸਨ, ਉਹਦੇ ਵਿੱਚ ਕੋਈ ਚੋਰ ਡਾਕੂ ਲੁੱਟ ਕਰਨ ਵਾਲਾ ਨਹੀਂ। ਉਹਦੇ ਵਿੱਚ ਜਹਾਂਗੀਰ ਨੇ ਉਹ ਕੈਦ ਕੀਤੇ ਸੀ ਜਿਹੜੇ ਰਿਆਸਤਾਂ ਦੇ ਰਾਜੇ ਸਨ, ਜਿਨ੍ਹਾਂ ਨੂੰ ਬੜੀ ਮੁਸ਼ਕਲ ਦੇ ਨਾਲ ਫੜਿਆ ਸੀ। ਜੰਗਾਂ ਕਰਕੇ ਜਿਨ੍ਹਾਂ ਨੂੰ ਫੜਿਆ, ਉਹ ਰਾਜੇ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ 'ਚ ਕੈਦ 52 ਰਾਜੇ ਦੱਸੇ। ਸਾਰਿਆਂ ਨੂੰ ਏਦਾਂ ਲੱਗਦਾ ਜਿਵੇਂ ਕਿ ਇਸ ਨਰਕ ਦੇ ਵਿੱਚ ਸਵਰਗ ਆ ਗਿਆ ਹੋਵੇ। ਉਧਰ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵਰਗੇ ਗੁਰਸਿੱਖਾਂ ਨੇ ਕਿਤੇ ਸੰਗਤਾਂ ਦੇ ਮਨਾਂ ਦੇ ਵਿੱਚ ਗੁਰਸਿੱਖੀ ਦਾ ਉਤਸ਼ਾਹ ਠੰਡਾ ਨਾ ਪੈ ਜਾਵੇ, ਸ਼ਬਦ ਚੌਂਕੀ ਆਰੰਭ ਕੀਤੀ। ਨਗਰਾਂ ਦੇ ਵਿੱਚੋਂ ਜਥੇ ਬਣਾ ਕੇ ਕੀਰਤਨ ਕਰਦੀਆਂ ਸੰਗਤਾਂ ਹਰਿਮੰਦਰ ਸਾਹਿਬ ਆਉਂਦੀਆਂ। ਅੱਜ ਵੀ ਚੌਂਕੀ ਲੱਗਦੀ ਨਾ ਉੱਥੇ ਸ਼ਬਦ ਦੀ, ਬਾਬਾ ਬੁੱਢਾ ਜੀ ਨੇ ਆਰੰਭ ਕੀਤੀ ਹੈ। ਉਦੋਂ ਆਰੰਭ ਕੀਤੀ ਜਦ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਸਨ। ਸੰਗਤਾਂ ਜੁੜੀਆਂ ਰਹਿਣ। ਉਸ ਸਮੇਂ ਬਾਬਾ ਬੁੱਢਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਬਾਬਾ ਬਿਧੀ ਚੰਦ ਜੀ ਵਰਗੇ ਗੁਰਸਿੱਖਾਂ ਨੇ ਅਗਵਾਈ ਕੀਤੀ ਹੈ। ਸੰਗਤਾਂ ਨੂੰ ਜੋੜੀ ਰੱਖਿਆ ਗੁਰੂ ਦੇ ਨਾਲ। ਸੰਗਤਾਂ ਨੂੰ ਨਾਲ ਲੈ ਕੇ ਸ਼ਬਦ ਪੜ੍ਹਦੇ। ਕਈ ਪਿਆਰ ਵਾਲੇ ਗਵਾਲੀਅਰ ਦੇ ਕਿਲੇ ਤੱਕ ਪਹੁੰਚ ਜਾਂਦੇ ਐ, ਨਹੀਂ ਲੰਘਣ ਦਿੰਦੇ ਸਿਪਾਹੀ, ਪਰ ਬਾਹਰੋਂ ਹੀ ਨਮਸਕਾਰਾਂ ਕਰਕੇ ਮੁੜ ਆਉਂਦੇ। ਸੰਗਤਾਂ ਦੇ ਮਨ ਵਿੱਚ ਰੋਸ ਵੀ ਹੈ। ਪਹਿਲਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ, ਅੱਜ 6ਵੇਂ ਪਾਤਸ਼ਾਹ ਨੂੰ ਬੰਦੀ ਖਾਨੇ ਪਾ ਲਿਆ। ਉਹ ਧੰਨ ਸੀ ਮਾਤਾ ਗੰਗਾ ਜੀ, ਜਿਨ੍ਹਾਂ ਨੇ ਪਹਿਲਾਂ ਪਤੀ ਨੂੰ ਤੋਰਿਆ ਤੇ ਸਹਿਕਵਾਂ ਪੁੱਤਰ ਤਕਰੀਬਨ 14 ਸਾਲਾਂ ਦੇ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਜਨਮ ਹੋਇਆ ਸੀ। ਇਸੇ ਤਰ੍ਹਾਂ ਮਾਤਾ ਗੁਜਰੀ ਜੀ ਦੇ ਘਰ 27 ਸਾਲਾਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨਾ ਸਾਹਿਬ ਜਨਮ ਹੋਇਆ। ਤੇ ਸਾਧ ਸੰਗਤ ਉਹਨਾਂ ਨੇ ਵੀ ਜਿੱਥੇ ਪਤੀ ਨੂੰ ਤੋਰਿਆ, ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਵੱਲ ਗਏ ਹਿੰਦੂ ਧਰਮ ਬਚਾਉਣ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਉਹਨਾਂ ਦੇ ਪੁੱਤਰ ਦਾ ਸਾਰਾ ਹੀ ਸਮਾਂ ਜੰਗਾਂ ਯੁੱਧਾਂ ਦੇ ਵਿੱਚ ਲੰਘ ਗਿਆ। ਧੰਨ ਮਾਤਾ ਗੁਜਰੀ ਜੀ ਸਮੇਤ ਪੋਤਿਆਂ ਦੇ ਠੰਡੇ ਬੁਰਜ ਦੇ ਵਿੱਚ ਐਸੀਆਂ ਸਿਦਕ ਦੀਆਂ ਮੂਰਤਾਂ ਗੁਰੂ ਘਰ ਦੇ ਵਿੱਚ ਹੋਈਆਂ ਨੇ। ਧੰਨ ਮਾਤਾ ਗੰਗਾ। ਅੱਜ ਪੁੱਤਰ ਬੰਦੀ ਖਾਨੇ, ਪਰ ਅਕਾਲ ਪੁਰਖ ਦਾ, ਗੁਰੂ ਨਾਨਕ ਸਾਹਿਬ ਦਾ ਭਰੋਸਾ ਪ੍ਰਤੀਤ ਹੈ। ਸਾਧ ਸੰਗਤ ਗੁਰਸਿੱਖ ਰੋਸ ਜ਼ਾਹਿਰ ਕਰਦੇ। ਭਾਈ ਪ੍ਰਾਣਾ ਜੀ ਵਰਗਿਆਂ ਨੇ ਸ਼ੇਰ ਬਣ ਕੇ ਵੀ ਇਤਿਹਾਸ ਵਿੱਚ ਆਉਂਦਾ, ਰਾਤ ਨੂੰ ਸੁਪਨਿਆਂ ਦੇ ਵਿੱਚ ਜਾ ਚੜਨਾ ਜਹਾਂਗੀਰ ਦੀ ਛਾਤੀ ਤੇ।
ਪਰ ਸਾਈਂ ਮੀਆਂ ਮੀਰ ਜੀ ਨੂੰ ਜਦੋਂ ਪਤਾ ਲੱਗਿਆ, ਜਦੋਂ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਲਾਹੌਰ ਬੈਠੇ, ਉਦੋਂ ਵੀ ਉਹ ਭੱਜਿਆ ਆਇਆ। ਅੱਜ ਪਤਾ ਲੱਗਿਆ ਕਿ ਗਵਾਲੀਅਰ ਦੇ ਕਿਲੇ 'ਚ ਕੈਦ ਨੇ, ਲਾਹੌਰ ਤੋਂ ਦਿੱਲੀ ਅਪੜ ਗਿਆ ਸਾਈਂ ਮੀਆਂ ਮੀਰ। ਉਹ ਜਹਾਂਗੀਰ ਆ ਕੀ ਕਹਿਰ ਕਮਾਰੇ ਹੈ, ਤੇਰਾ ਮਨ ਨਹੀਂ ਰੱਜਿਆ, ਪਹਿਲਾਂ ਐਡਾ ਪਾਪ ਕਰ ਲਿਆ ਤੂੰ। ਬੜਾ ਵੱਡਾ ਯੋਗਦਾਨ ਹੈ ਸਾਈਂ ਜੀ ਦਾ। ਹਰਿਮੰਦਰ ਸਾਹਿਬ ਦੀ ਪਹਿਲੀ ਇੱਟ ਨੀਂਹ ਪੱਥਰ ਉਹਨਾਂ ਰੱਖਿਆ। ਕਹਿੰਦੇ ਨੇ ਕੱਲ ਉਹਨਾਂ ਦੀ ਗੱਦੀ ਦਾ ਜਿਹੜਾ 19ਵਾਂ ਵਾਰਸ ਹੈ ਸੱਜਦ ਚੰਨ ਕਾਦਰੀ ਜੀ, ਉਹ ਵਾਪਸ ਮੁੜੇ, ਪੰਜਾਬ ਵਿੱਚ ਆਏ ਹੋਏ ਸੀ। ਸਾਨੂੰ ਵੀ ਮਿਲੇ, ਫਿਰੋਜ਼ਪੁਰ ਦੇ ਆਉਣ ਸੀ 12 ਫਰਵਰੀ ਨੂੰ। ਉਹਨਾਂ ਜਾਂਦੇ ਜਾਂਦੇ ਗੁੱਸਾ ਇੱਕ ਗੱਲ ਦਾ ਜ਼ਾਹਰ ਕੀਤਾ, ਸਾਈਂ ਜੀ ਦੀ ਐਡੀ ਦੇਣ ਤੇ ਸਮੁੱਚੇ ਹਰਿਮੰਦਰ ਸਾਹਿਬ ਦੇ ਵਿੱਚ ਸਾਈਂ ਮੀਆਂ ਮੀਰ ਜੀ ਦੇ ਨਾਂ ਤੇ ਇੱਕ ਕਿਤੇ ਤਖਤੀ ਵੀ ਨਹੀਂ ਕਹਿੰਦੇ ਲਮਕ ਰਹੀ, ਕਿਤੇ ਜੇਕਰ ਤੱਕ ਨਹੀਂ ਹੈ। ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜਿਹੜੇ ਗੁਰੂ ਸਾਹਿਬ ਦੇ ਨਾਲ ਅਟੈਚ ਰਹੇ ਹੈ, ਜੁੜੇ ਰਹੇ ਹੈ। ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਪੀਰ ਬੁੱਧੂ ਸ਼ਾਹ ਵਰਗੇ, ਸਾਈਂ ਮੀਆਂ ਮੀਰ ਜੀ ਵਰਗੇ ਬੇਅੰਤ ਗੁਰਸਿੱਖ, ਉਹਨਾਂ ਦੀ ਯਾਦ ਵਿੱਚ ਸੁਸਾਇਟੀਆਂ ਬਣਨ, ਅਸਥਾਨ ਬਣਨ, ਬੜਾ ਕੀਰਤਨ ਦਾ ਵਿਦਿਆਲਾ ਬਣਨਾ ਚਾਹੀਦਾ। ਸਾਈਂ ਮੀਆਂ ਭਾਈ ਮਰਦਾਨਾ ਜੀ ਦੀ ਯਾਦ ਵਿੱਚ ਪਹਿਲੇ ਕੀਰਤਨੀਏ ਹੋਏ ਆ ਜਿੱਥੋਂ ਕੀਰਤਨ ਦੀ ਸਿੱਖਿਆ। ਬਾਬਾ ਬੁੱਢਾ ਜੀ ਦੀ ਨਾਂ ਤੇ ਵੱਡਾ ਕੇਂਦਰੀ ਗ੍ਰੰਥੀ ਸਭਾ ਬਣਨੀ ਚਾਹੀਦੀ ਹੈ ਜਦੋਂ ਸਿਖਲਾਈ ਮਿਲੇ ਗ੍ਰੰਥੀ ਸਿੰਘਾਂ ਨੂੰ। ਸਾਈਂ ਮੀਆਂ ਮੀਰ ਜੀ ਦੇ ਨਾਂ ਤੇ ਕੋਈ ਸਾਂਝੀ ਵਾਲਤਾ ਦਾ ਐਸਾ ਕੇਂਦਰ ਖੋਲਣਾ ਚਾਹੀਦਾ ਜਿੱਥੋਂ ਸਾਂਝੀ ਵਾਲਤਾ ਦਾ ਸਬਕ ਮਿਲੇ। ਵੈਸੇ ਤਾਂ ਗੁਰਦੁਆਰਾ, ਗੁਰੂ ਘਰ, ਗੁਰਬਾਣੀ ਹੈ ਹੀ ਸਾਂਝੀ ਵਾਲਤਾ ਦੀ ਪ੍ਰਤੀਕ, ਪਰ ਜਿੱਥੇ ਸਾਰੇ ਰਲ ਮਿਲ ਕੇ ਬੈਠ ਕੇ ਕੋਈ ਸਾਂਝਾ ਸਮਾਗਮ ਸਾਲ ਦੀ ਸਾਲ ਸਮੂਹ ਧਰਮਾਂ 'ਚ ਕੰਪੈਰੇਟਿਵ ਸਟੱਡੀ, ਸਾਰੇ ਧਰਮਾਂ ਦਾ ਸਾਧ ਸੰਗਤ ਜਿੱਥੇ ਅਧਿਐਨ ਕੀਤਾ ਜਾਵੇ, ਲੇਖਾ ਜੋਖਾ ਕਿਹੜਾ ਧਰਮ ਕੀ ਕਹਿ ਰਿਹਾ, ਨਿਚੋੜ ਕੱਢਿਆ ਜਾਵੇ। ਉਹਨਾਂ ਗੁਰਸਿੱਖਾਂ ਨੂੰ, ਉਹਨਾਂ ਮਹਾਨ ਸ਼ਖਸੀਅਤਾਂ ਨੂੰ ਭੁਲਾਉਣਾ ਨਹੀਂ ਚਾਹੀਦਾ। ਕੀਤਾ ਕਿਸੇ ਦਾ ਦਿਲੋਂ ਵਿਸਾਰ ਦੇਣਾ, ਭਲੇ ਮਾਨਸਾਂ ਦਾ ਇਹ ਦਸਤੂਰ ਨਹੀਂ। ਸਾਧ ਸੰਗਤ, ਸਾਈਂ ਮੀਆਂ ਮੀਰ ਜੀ ਦਾ ਵੱਡਾ ਯੋਗਦਾਨ, ਉੱਥੇ ਗੁਰੂ ਘਰ ਨਾਲ ਵੱਡਾ ਪਿਆਰ ਸਨੇਹ ਇਹ ਪ੍ਰਗਟਾਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਘਰ ਸਾਰਿਆਂ ਵਾਸਤੇ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਦੇ ਸਾਂਝੇ। ਸਾਈਂ ਜੀ ਪਹੁੰਚੇ, ਕਹਿੰਦੇ ਜਹਾਂਗੀਰ ਆ ਕੀ ਲੋੜਾ ਮਾਰਿਆ ਤੂੰ, ਇੱਕ ਨੂੰ ਸ਼ਹੀਦ ਕਰਕੇ ਤੇਰਾ ਦਿਲ ਨਹੀਂ ਰੱਜਿਆ, ਇੱਕ ਨੂੰ ਕੈਦ ਵਿੱਚ ਪਾ ਲਿਆ। ਪਹਿਲਾਂ ਰੱਬ ਨੂੰ ਤੱਤੀਆਂ ਤਵੀਆਂ ਤੱਕ ਲੈ ਗਏ। ਧਰਨ ਗਾਗਣ ਨਵ ਖੰਡ ਮੈਂ ਜੋਤ ਸਭ ਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਾਹੀ ਗੁਰ ਅਰਜਨ ਪਰਤਾਖਾਰ। ਤੇ ਆ ਵੀ ਜੋਤ ਉਹੋ ਹੀ ਹੈ, ਜੁਗਤ ਉਹੋ ਹੀ ਹੈ।